ਕਈ ਕਹਿੰਦੇ ਨੇ ਵੀ ਹੈਡੇਕ ਬਹੁਤ ਹੁੰਦੀ ਹੈ, ਇੱਥੋਂ ਸਿਰ ਦੁਖੀ ਜਾਂਦਾ, ਕੋਈ ਕਹਿੰਦਾ ਪਿੱਛੋਂ ਦੁਖੀ ਜਾਂਦਾ, ਅਲੱਗ-ਅਲੱਗ ਤਰ੍ਹਾਂ ਦੇ ਤਰਕ ਦਿੰਦੇ ਨੇ ਵੀ ਆਹ ਕਾਰਨ ਹੈ। ਕਿਹੜੇ-ਕਿਹੜੇ ਕਾਰਨ ਨੇ ਹੈਡੇਕ ਦੇ, ਕਿਉਂ ਹੁੰਦਾ, ਕਿਵੇਂ ਨਜਿੱਠਿਆ ਜਾ ਸਕਦਾ? ਇਹ ਕਾਰਨ ਬਹੁਤ ਡੇਂਜਰਸ ਵੀ ਹੋ ਸਕਦੇ ਹੈਗੇ ਆ, ਜਿਸ ਤਰ੍ਹਾਂ ਕਿ ਬ੍ਰੇਨ ਟਿਊਮਰ ਹੈ, ਬ੍ਰੇਨ ਟੀਵੀ ਹੈ, ਬ੍ਰੇਨ ਹੈਮਰੇਜ ਹੈ। ਇਹਦਾ ਮਤਲਬ ਕੀ ਹੈ? ਸਵੀਅਰ ਹੈਡ ਇੰਜਰੀ ਹੈ ਵੀ ਸਿਰ 'ਚ ਸੱਟ ਲੱਗੀ ਤੇ ਬੰਦਾ ਬੇਹੋਸ਼ ਹੋ ਗਿਆ ਤੇ ਇੱਕਦਮ ਹੀ ਉਹਨੂੰ ਵੈਂਟੀਲੇਟਰ ਤੇ ਪਾਉਣਾ ਪੈ ਗਿਆ ਜਾਂ ਬਹੁਤ ਵੱਡਾ ਆਪਰੇਸ਼ਨ ਕਰਨਾ ਪੈ ਗਿਆ। ਇਹ ਹੈਗੀ ਹੈ ਸਵੀਅਰ ਹੈਡ ਇੰਜਰੀ। ਸਵੀਅਰ ਹੈਡ ਇੰਜਰੀ 'ਚ ਇਹੀ ਹੈ ਵੀ ਇਮੀਡੀਏਟਲੀ ਪੇਸ਼ੈਂਟ ਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ। ਜੇ ਉਹਨੂੰ ਵੈਂਟੀਲੇਟਰ ਤੇ ਪਾਉਣ ਦੀ ਜ਼ਰੂਰਤ ਹੈ ਤਾਂ ਵੈਂਟੀਲੇਟਰ ਤੇ ਪਾਉਣਾ ਚਾਹੀਦਾ। ਜੇ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਆਪਰੇਸ਼ਨ ਕਰਨਾ ਚਾਹੀਦਾ। ਅਧਰੰਗ ਠੀਕ ਹੋਣ ਵਾਲੀ ਚੀਜ਼ ਹੈ ਜਾਂ ਫਿਰ ਤਾਉਮਰ ਰਹਿਣ ਵਾਲੀ? ਜਨਰਲੀ ਜਿਹੜਾ ਤੁਸੀਂ ਅਧਮਰੇ ਵਾਲਾ ਅਟੈਕ ਕਹਿੰਦੇ ਹੋ ਨਾ, ਕਿ ਸ਼ੁਰੂ 'ਚ ਅਧਮਰੇ ਵਾਲਾ ਅਟੈਕ ਨਹੀਂ ਹੁੰਦਾ, ਪਹਿਲਾਂ ਮਾਈਨਰ ਅਟੈਕ ਹੁੰਦਾ ਹੈ, ਫਿਰ ਮੋਡਰੇਟ ਅਟੈਕ ਹੁੰਦਾ, ਫਿਰ ਸਵੀਅਰ ਅਟੈਕ ਹੁੰਦਾ। ਨਾਰਮਲੀ ਕੀ ਹੁੰਦਾ, ਮਾਈਨਰ ਅਟੈਕ ਲੋਕ ਮਿਸ ਕਰ ਦਿੰਦੇ। ਮਤਲਬ ਜ਼ਿਆਦਾਤਰ ਜੋ ਸਟ੍ਰੋਕ ਦੇ ਕੇਸਿਸ ਹੈ ਉਹ ਸ਼ੂਗਰ ਤੇ ਬੀਪੀ ਦਾ ਪ੍ਰੋਪਰ ਇਲਾਜ ਨਾ ਕਰਨ ਕਰਕੇ ਹੁੰਦੇ ਆ। ਤੇ ਇਸ ਲਈ ਪਹਿਲੇ ਨੰਬਰ ਤੇ ਤਾਂ ਇਹੀ ਹੈ ਵੀ ਅਧਰੰਗ ਦੇ ਜਿਹੜੇ ਰਿਸਕ ਫੈਕਟਰ ਆ ਆਪਾਂ ਉਹਨਾਂ ਨੂੰ ਹੈ ਕਾਊਂਟਰ ਕਰੀਏ। ਮਿਰਗੀ ਇੱਕ ਐਸੀ ਬਿਮਾਰੀ ਹੈ ਜਿਹੜੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ। ਕਿਸੇ ਵੀ ਸਮੇਂ। ਹਾਂ, ਬਟ ਇਹਦੇ ਕਾਰਨ ਜਿਹੜੇ ਹੈ ਉਹ ਅਲੱਗ-ਅਲੱਗ ਹੈ। ਲੇਕਿਨ ਬੀਪੀ ਦੀ ਕੀ ਪ੍ਰੋਬਲਮ ਹੈ? ਬੀਪੀ ਸਾਇਲੈਂਟ ਕਿਲਰ ਹੈ। ਪੇਸ਼ੈਂਟ ਦਾ ਕਈ ਵਾਰ ਅਸੀਂ ਆਂਦਾ ਚੈੱਕ ਕਰਦੇ ਹਾਂ, ਬੀਪੀ ਹੁੰਦਾ 210/120 ਤੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਜੀ ਬੀਪੀ ਕਦੇ ਚੈੱਕ ਕਰਾਇਆ? ਉਹ ਕਹਿੰਦੇ ਕਰਾਇਆ ਨਹੀਂ। ਅਸੀਂ ਕਿਉਂ ਨਹੀਂ ਕਰਾਇਆ? ਕਹਿੰਦੇ ਕਦੇ ਲੋੜ ਨਹੀਂ ਪਈ। ਤਾਂ ਬੀਪੀ ਲੋੜ ਪੈਣ 'ਤੇ ਨਹੀਂ ਚੈੱਕ ਕਰਾਉਣਾ। ਹਰ ਬੰਦਾ ਜਿਹਦੀ ਉਮਰ 25 ਸਾਲ ਤੋਂ ਉੱਪਰ ਹੈ ਉਹਨੂੰ ਸਾਲ 'ਚ ਆਪਣਾ 2-4 ਵਾਰ ਬੀਪੀ ਵੈਸੇ ਹੀ ਚੈੱਕ ਕਰਾ ਲੈਣਾ ਚਾਹੀਦਾ। ਤੇ ਹੁੰਦਾ ਕੀ ਆ, ਤੁਹਾਡੇ ਮਣਕਿਆਂ ਦੇ ਚੁੰਝਾਂ ਨਿਕਲ ਆਉਂਦੀਆਂ ਹਨ, ਤੁਹਾਡੀਆਂ ਡਿਸਕਾਂ ਖਰਾਬ ਹੋ ਜਾਂਦੀਆਂ ਹਨ, ਤੁਹਾਡੀਆਂ ਨਾੜਾਂ ਪ੍ਰੈਸ ਹੋ ਜਾਂਦੀਆਂ ਹਨ। ਸ਼ੁਰੂਆਤ ਦੇ ਵਿੱਚ ਸਿਰਫ ਗਰਦਨ 'ਚ ਦਰਦ ਹੁੰਦਾ, ਬਟ ਜੇ ਮਰੀਜ਼ ਨਹੀਂ ਧਿਆਨ ਦਿੰਦਾ ਤਾਂ ਬਾਅਦ ਦੇ ਵਿੱਚ ਹੱਥ ਪੈਰ ਸੁੰਨ ਵੀ ਹੋਣ ਲੱਗ ਜਾਂਦੇ ਆ ਤੇ ਕਈ ਵਾਰ ਗ੍ਰਿਪ ਵੀ ਕਮਜ਼ੋਰ ਹੋ ਜਾਂਦੀ ਹੈ ਤੇ ਤੁਰਨ ਫਿਰਨ 'ਚ ਵੀ ਦਿੱਕਤ ਆ ਜਾਂਦੀ ਹੈ। ਤਾਂ 4-5 ਮੇਨ ਕਾਰਨ ਹੈਗੇ ਤੁਰਨ ਫਿਰਨ ਦੀ ਤਕਲੀਫ ਦੇ। ਤਾਂ ਤੁਰਨ ਫਿਰਨ ਦੀ ਅਗਰ ਬਜ਼ੁਰਗਾਂ ਨੂੰ ਤਕਲੀਫ ਆ ਰਹੀ ਹੈ ਤਾਂ ਉਹਨੂੰ ਤੁਸੀਂ ਸਿੱਧਾ ਗੋਡਿਆਂ ਦੀ ਬਿਮਾਰੀ ਨਾ ਮੰਨ ਲਓ। ਉਹਨੂੰ ਪ੍ਰੋਪਰ ਟੈਸਟ ਕਰਾ ਕੇ ਪਹਿਲਾਂ ਡਾਇਗਨੋਸ ਕਰੋ ਵੀ ਬਿਮਾਰੀ ਹੈ ਕੀ। ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਵੇਖ ਰਹੇ ਹੋ ਤੁਸੀਂ। ਇਨੀ ਦਿਨੀ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਬੜੀ ਹੋਈ ਹੈ, ਕੋਈ ਨਾ ਕੋਈ ਰੋਗ ਜਿਸ ਨੇ ਸਾਨੂੰ ਘੇਰਿਆ ਹੋਇਆ। ਸਿਰਫ ਪੰਜਾਬ ਹੀ ਨਹੀਂ, ਦੁਨੀਆ ਦੇ ਕਿਸੇ ਵੀ ਕੋਨੇ ਦੀ ਗੱਲ ਕਰ ਲਈਏ, ਜਦੋਂ ਡਾਕਟਰਸ ਦੇ ਨਾਲ ਗੱਲ ਕਰਦੇ ਆ ਉਹ ਵੱਖ-ਵੱਖ ਤਰ੍ਹਾਂ ਦੇ ਤਰਕ ਦਿੰਦੇ ਨੇ ਤੇ ਇਹਨਾਂ ਚੀਜ਼ਾਂ ਦੇ ਨਾਲ ਨਜਿੱਠਣ ਦੇ ਲਈ ਅਸੀਂ ਹਰ ਵਾਰ ਇੱਕ ਨਵਾਂ ਹੱਲ ਲੈ ਕੇ ਤੁਹਾਡੇ ਤੱਕ ਪਹੁੰਚਦੇ ਹਾਂ। ਸੋ ਅੱਜ ਸਾਡੇ ਨਾਲ ਡਾਕਟਰ ਵਿਕਰਮਜੀਤ ਸਿੰਘ ਖੁਦ ਆਪ ਮੌਜੂਦ ਨੇ, ਜਿਹੜੇ ਕਿ ਨਿਊਰੋ ਸਰਜਨ ਨੇ, ਬ੍ਰੇਨ ਸਪਾਈਨ ਸਰਜਨ ਨੇ, ਇਹਨਾਂ ਚੀਜ਼ਾਂ ਦੇ ਸਪੈਸ਼ਲਿਸਟ ਨੇ। ਸੋ ਸਾਡੇ ਨਾਲ ਗੱਲਬਾਤ ਕਰਨਗੇ। ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਹੈ ਤੇ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਕਿਹੜੇ ਕਾਰਨ ਨੇ ਜਿਸ ਦੇ ਕਰਕੇ ਕਈ ਵਾਰ ਅਸੀਂ ਅਣਗੌਲਿਆਂ ਪੀੜਤ ਰਹਿੰਦੇ ਹਾਂ, ਉਹਨਾਂ ਤੇ ਧਿਆਨ ਨਹੀਂ ਦਿੰਦੇ। ਪਰ ਇੱਕ ਛੋਟੇ ਜਿਹੇ ਹੱਲ ਦੇ ਨਾਲ ਇੱਕ ਵਾਰ ਡਾਕਟਰ ਸਾਹਿਬ ਨਾਲ ਕੰਸਲਟ ਕਰਨ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਤੋਂ ਰਾਹਤ ਪਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਉਮਰ ਭਰ ਦਾ ਰੋਗ ਮੰਨੀ ਬੈਠੇ ਹੋ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਹਰ ਇੱਕ ਉਸ ਪਹਿਲੂ ਤੇ ਚਾਨਣਾ ਪਾਵਾਂਗੇ ਜਿਹੜਾ ਕਿ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਬੜੇ ਵਿਸ਼ੇ ਨੇ ਹਰ ਘਰ ਦੇ ਵਿੱਚ, ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਹੈ ਕਿ ਰੋਗ ਬੜੇ ਹੋਏ ਨੇ। ਸਭ ਤੋਂ ਪਹਿਲਾਂ ਕਾਮਨ ਜਿਹੇ ਰੋਗ ਦੀ ਗੱਲ ਕਰ ਲੈਂਦੇ ਹਾਂ, ਹੈਡੇਕ। ਕਈ ਕਹਿੰਦੇ ਨੇ ਵੀ ਹੈਡੇਕ ਬਹੁਤ ਹੁੰਦੀ ਹੈ, ਇੱਥੋਂ ਸਿਰ ਦੁਖੀ ਜਾਂਦਾ, ਕੋਈ ਕਹਿੰਦਾ ਪਿੱਛੋਂ ਦੁਖੀ ਜਾਂਦਾ, ਅਲੱਗ-ਅਲੱਗ ਤਰ੍ਹਾਂ ਦੇ ਤਰਕ ਦਿੰਦੇ ਨੇ ਵੀ ਆਹ ਕਾਰਨ ਹੈ। ਕਿਹੜੇ-ਕਿਹੜੇ ਕਾਰਨ ਨੇ ਹੈਡੇਕ ਦੇ, ਕਿਉਂ ਹੁੰਦਾ, ਕਿਵੇਂ ਨਜਿੱਠਿਆ ਜਾ ਸਕਦਾ, ਸਾਰਾ ਜਰਾ ਵੇਰਵਾ ਦੇ ਦਿਓ। ਹਾਂਜੀ, ਹੈਡੇਕ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ ਤੇ ਇਹ ਲਗਭਗ ਕਹਿ ਲਓ ਹਰ ਉਮਰ 'ਚ ਹੀ ਹੁੰਦੀ ਹੈ ਜੀ। ਹੈਡੇਕ ਦੇ ਬਹੁਤ ਸਾਰੇ ਕਾਰਨ ਹੈ। ਜੇ ਆਪਾਂ ਕਾਰਨਾਂ ਜਾਣਨ ਦੀ ਕੋਸ਼ਿਸ਼ ਕਰੀਏ ਤਾਂ 100-150 ਤੋਂ ਵੀ ਜ਼ਿਆਦਾ ਕਾਰਨ ਹੈ ਜੀ। ਇਹ ਕਾਰਨ ਬਿਲਕੁਲ ਸਿੰਪਲ ਵੀ ਹੋ ਸਕਦੇ ਆ, ਜਿਵੇਂ ਟੈਨਸ਼ਨ ਹੈਡੇਕ ਹੈ ਨਾ, ਜਾਂ ਮਾਈਗ੍ਰੇਨ ਹੈ। ਤੇ ਇਹ ਕਾਰਨ ਬਹੁਤ ਡੇਂਜਰਸ ਵੀ ਹੋ ਸਕਦੇ ਹੈਗੇ ਆ, ਜਿਸ ਤਰ੍ਹਾਂ ਕਿ ਬ੍ਰੇਨ ਟਿਊਮਰ ਹੈ, ਬ੍ਰੇਨ ਟੀਵੀ ਹੈ, ਬ੍ਰੇਨ ਹੈਮਰੇਜ ਹੈ। ਜੀ। ਤਾਂ ਹੈਡੇਕ ਹੋਇਆ ਕਿਵੇਂ ਹੈ, ਕਿੰਨੇ ਦਿਨ ਹੁੰਦਾ, ਘੱਟ ਹੁੰਦਾ, ਵੱਧ ਹੁੰਦਾ, ਅਚਾਨਕ ਹੋਇਆ ਜਾਂ ਹੌਲੀ ਹੌਲੀ ਹੋਇਆ, ਉਹ ਸਾਰੀਆਂ ਚੀਜ਼ਾਂ ਨੂੰ ਇਵੈਲੂਏਟ ਕਰਕੇ ਹੀ ਪਤਾ ਲੱਗਦਾ ਆਪਾਂ ਨੂੰ ਵੀ ਹੈਡੇਕ ਦਾ ਕੀ ਕਾਰਨ ਹੈ। ਜੀ। ਤੇ ਜਦੋਂ ਇਵੈਲੂਏਟ ਕਰ ਲੈਂਦੇ ਹੋ, ਫੜ ਲੈਂਦੇ ਹੋ ਨਬਜ਼ ਕਿ ਕਿੱਥੋਂ ਪ੍ਰੋਬਲਮ ਹੈ, ਤਾਂ ਉਸ ਤੋਂ ਬਾਅਦ ਨਜਿੱਠਣ ਦੇ ਲਈ ਤੁਹਾਡੇ ਕੋਲ ਕਿਹੋ ਜਿਹੇ ਹੱਲ ਨੇ ਤੇ ਕਿਵੇਂ ਨਜਿੱਠਦੇ ਹੋ ਉਸ ਦੇ ਨਾਲ?
ਪਹਿਲਾਂ ਉਹੀ ਹੈ ਆਪਾਂ ਡਾਇਗਨੋਸਿਸ ਕਰਦੇ ਹਾਂ, ਡਾਇਗਨੋਸਿਸ ਤੋਂ ਬਾਅਦ ਫਿਰ ਆਪਾਂ ਪੇਸ਼ੈਂਟ ਨੂੰ ਕੁਝ ਲਾਈਫ ਸਟਾਈਲ ਚੇਂਜਸ ਦੱਸਦੇ ਹਾਂ, ਪਲੱਸ ਕੁਝ ਮੈਡੀਸਨ ਦਿੰਦੇ ਹਾਂ ਤੇ ਉਹਦੇ ਨਾਲ ਫਿਰ ਹੈਡੇਕ ਠੀਕ ਹੋ ਜਾਂਦਾ ਹੈ। ਤੇ ਜਦੋਂ ਇੱਕ ਵਾਰ ਪੇਸ਼ੈਂਟ ਠੀਕ ਹੋ ਜਾਂਦਾ ਫਿਰ ਆਪਾਂ ਹੌਲੀ ਹੌਲੀ ਕਰਕੇ ਦਵਾਈਆਂ ਬੰਦ ਕਰ ਦਿੰਦੇ ਹਾਂ ਤੇ ਫਿਰ ਪੇਸ਼ੈਂਟ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਡਿਜ਼ੀਜ਼ ਹੈ ਉਹ ਕੰਟਰੋਲ 'ਚ ਆ ਜਾਂਦੀ ਹੈ। ਜੀ ਕੁਝ ਪੇਸ਼ੈਂਟਸ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ, ਸਿਰ ਦਰਦ ਹੈ, ਮਾਈਗ੍ਰੇਨ ਬਣਾ ਲੈਂਦੇ ਨੇ ਉਸ ਨੂੰ, ਜਾਂ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਪਾਰਟਸ ਦੇ ਅਕੋਰਡਿੰਗਲੀ ਉਸ ਨੂੰ ਨਾਮ ਦੇ ਦਿੱਤਾ ਜਾਂਦਾ ਹੈ। ਬਟ ਜੇ ਲੋਕ ਇਸ ਨੂੰ ਮੰਨਣ ਕਿ ਇਹ ਉਮਰ ਭਰ ਦਾ ਰੋਗ ਹੈ, ਠੀਕ ਨਹੀਂ ਹੋ ਸਕਦਾ, ਉਹ ਕਿੰਨਾ ਕੁ ਗਲਤ ਹੈ ਜਾਂ ਸਹੀ ਹੈ? ਨਹੀਂ, ਜੇ ਜੋ ਮਾਈਗ੍ਰੇਨ ਹੈਡੇਕ ਹੈ ਇਹ ਆਫ ਮਤਲਬ ਹੋ ਗਿਆ ਹਟ ਗਿਆ, ਹੋ ਗਿਆ ਹਟ ਗਿਆ, ਇਦਾਂ ਰਹਿੰਦੇ ਹੈ, ਮਤਲਬ ਰਿਮਿਸ਼ਨ ਐਂਡ ਰਿਲੈਪਸਿਸ ਹੁੰਦੇ ਰਹਿੰਦੇ ਹੈ ਜੀ। ਤੇ ਬਟ ਉਹੀ ਹੈ ਵੀ ਜਦੋਂ ਪੇਸ਼ੈਂਟ ਆਪਣਾ ਜਿਹੜਾ ਚੀਜ਼ਾਂ ਲਾਈਫ ਸਟਾਈਲ ਬੈਟਰ ਕਰਦਾ ਹੈ ਤਾਂ ਇਹ ਠੀਕ ਹੋ ਜਾਂਦਾ ਹੈ। ਬਟ ਜੇ ਪੇਸ਼ੈਂਟ ਫੇਰ ਅਣਗੌਲਿਆ ਹੋ ਜਾਂਦਾ ਹੈ ਤਾਂ ਫਿਰ ਵੀ ਕਈ ਵਾਰ ਹੋ ਜਾਂਦਾ ਹੈ। ਜਾਂ ਜੇ ਪਹਿਲਾਂ ਤੁਹਾਨੂੰ ਮਾਈਗ੍ਰੇਨ ਸੀ ਜਾਂ ਦੁਬਾਰਾ ਹੈਡੇਕ ਹੋ ਰਿਹਾ, ਜ਼ਰੂਰੀ ਨਹੀਂ ਉਹ ਮਾਈਗ੍ਰੇਨ ਹੈ, ਮੇ ਵੀ ਉਸ ਸਮੇਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੋ ਗਈ, ਤੁਹਾਡਾ ਬੀਪੀ ਵਧਣ ਲੱਗ ਗਿਆ ਹੋਵੇ, ਕੋਈ ਹੋਰ ਦਿੱਕਤ ਹੋਏ, ਤਾਂ ਅਗਰ ਇੱਕ ਐਪੀਸੋਡ ਹੋਇਆ ਹੈ ਇਨ ਬਿਟਵੀਨ ਪੇਸ਼ੈਂਟ ਠੀਕ ਰਿਹਾ ਹੈ ਫਿਰ ਦੁਬਾਰਾ ਐਪੀਸੋਡ ਹੋਇਆ ਹੈ, ਉਹ ਸੇਮ ਪ੍ਰੋਬਲਮ ਵੀ ਹੋ ਸਕਦੀ ਹੈ ਜਾਂ ਕੋਈ ਡਿਫਰੈਂਟ ਪ੍ਰੋਬਲਮ ਵੀ ਹੋ ਸਕਦੀ ਹੈ। ਜੀ। ਇਸੇ ਦੇ ਨਾਲ ਜੁੜਦੀ ਜੇਕਰ ਆਪਾਂ ਗੱਲ ਕਰ ਲਈਏ, ਸਿਰ ਦੇ ਵਿੱਚ ਸੱਟ ਲੱਗਣਾ ਵੀ ਇੱਕ ਕਾਰਨ ਹੋ ਸਕਦਾ ਹੈ। ਸਿਰ ਦੇ ਵਿੱਚ ਸੱਟ ਲੱਗ ਜਾਂਦੀ ਹੈ, ਕਈ ਵਾਰੀ ਖੂਨ ਨਹੀਂ ਨਿਕਲਦਾ, ਅੰਦਰ ਹੀ ਖੂਨ ਜਮ੍ਹਾਂ ਹੋ ਜਾਂਦਾ ਹੈ, ਉਸ ਦੇ ਕਾਰਨ ਕਈ ਤਰੀਕੇ ਨਾਲ ਫਿਰ ਬਾਅਦ 'ਚ ਸਮੱਸਿਆ ਆਉਂਦੀ ਹੈ। ਸਿਰ ਦੇ ਵਿੱਚ ਸੱਟ ਲੱਗਣਾ ਕਿੰਨਾ ਕੁ ਖਤਰਨਾਕ ਹੈ ਤੇ ਕਿੱਦਾਂ ਦੇ ਹੱਲ ਨੇ ਉਹਦੇ? ਸਿਰ ਦੇ ਵਿੱਚ ਸੱਟ ਲੱਗਣਾ ਇੱਕ ਬਹੁਤ ਹੀ ਕਾਮਨ ਬਿਮਾਰੀ ਹੈ। ਇਹਦੇ ਕਈ ਸਾਰੇ ਕਾਰਨ ਹੋ ਸਕਦੇ ਹਨ। ਸਭ ਤੋਂ ਕਾਮਨ ਕਾਰਨ ਤਾਂ ਰੋਡ ਟ੍ਰੈਫਿਕ ਐਕਸੀਡੈਂਟ ਹੀ ਹੈ। ਇੰਡੀਆ 'ਚ ਤਾਂ ਤੁਸੀਂ ਦੇਖਦੇ ਹੀ ਹੋ ਕਿ ਕੋਈ ਟ੍ਰੈਫਿਕ ਰੂਲਸ ਨਹੀਂ ਫੋਲੋ ਕਰਦਾ, ਨਾ ਹੀ ਸੜਕਾਂ ਦੀ ਕੋਈ ਬਹੁਤ ਅੱਛੀ ਹਾਲਤ ਹੈ ਤੇ ਅਕਸਰ ਹੀ ਜਿਹੜਾ ਹੈਗਾ ਹੈਡ ਇੰਜਰੀਜ਼ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਫਾਲ ਫਰੋਮ ਹਾਈਟ ਵੀ ਇੱਕ ਹੈਡ ਇੰਜਰੀ ਦਾ ਕਾਰਨ ਹੈ। ਵੱਡੀਆਂ ਉੱਚੀਆਂ ਬਿਲਡਿੰਗਾਂ ਬਣ ਰਹੀਆਂ, ਉੱਥੋਂ ਲੋਕ ਗਿਰ ਜਾਂਦੇ ਹੈ, ਜਾਂ ਸਾਡੇ ਨੇੜੇ ਹੀ ਹਿਮਾਚਲ ਹੈ, ਪਹਾੜਾਂ ਤੋਂ ਲੋਕ ਗਿਰ ਜਾਂਦੇ ਹੈਗੇ ਹੈ। ਇਸ ਤੋਂ ਇਲਾਵਾ ਅਸੌਲਟ ਵੀ ਇੱਕ ਹੈਡ ਇੰਜਰੀ ਦਾ ਕਾਰਨ ਹੈ। ਲੋਕ ਆਪਸ 'ਚ ਲੜ ਕੇ ਇੱਕ ਦੂਜੇ ਦਾ ਸਿਰ ਫਾੜ ਦਿੰਦੇ ਆ, ਜਿਵੇਂ ਆਪਾਂ ਆਮ ਹੀ ਪੰਜਾਬੀ 'ਚ ਕਹਿੰਦੇ ਨੇ ਵੀ ਉਹਨੇ ਉਹਦਾ ਸਿਰ ਫਾੜਤਾ, ਤਾਂ ਇਹਦਾ ਹੈਡ ਇੰਜਰੀ ਦੇ ਕਾਰਨ ਹੈਗੇ। ਤੇ ਹੈਡ ਇੰਜਰੀ ਫਿਰ ਮਾਈਲਡ ਵੀ ਹੋ ਸਕਦੀ ਹੈ, ਮੋਡਰੇਟ ਵੀ ਹੋ ਸਕਦੀ ਹੈ ਤੇ ਸਵੀਅਰ ਵੀ ਹੋ ਸਕਦੀ ਹੈ। ਇਹਦਾ ਮਤਲਬ ਕੀ ਹੈ? ਸਵੀਅਰ ਹੈਡ ਇੰਜਰੀ ਹੈ ਵੀ ਸਿਰ 'ਚ ਸੱਟ ਲੱਗੀ ਤੇ ਬੰਦਾ ਬੇਹੋਸ਼ ਹੋ ਗਿਆ ਤੇ ਇੱਕਦਮ ਹੀ ਉਹਨੂੰ ਵੈਂਟੀਲੇਟਰ ਤੇ ਪਾਉਣਾ ਪੈ ਗਿਆ ਜਾਂ ਬਹੁਤ ਵੱਡਾ ਆਪਰੇਸ਼ਨ ਕਰਨਾ ਪੈ ਗਿਆ, ਇਹ ਹੈਗੀ ਹੈ ਸਵੀਅਰ ਹੈਡ ਇੰਜਰੀ। ਸਵੀਅਰ ਹੈਡ ਇੰਜਰੀ 'ਚ ਇਹੀ ਹੈ ਵੀ ਇਮੀਡੀਏਟਲੀ ਪੇਸ਼ੈਂਟ ਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ। ਜੇ ਉਹਨੂੰ ਵੈਂਟੀਲੇਟਰ ਤੇ ਪਾਉਣ ਦੀ ਜ਼ਰੂਰਤ ਹੈ ਤਾਂ ਵੈਂਟੀਲੇਟਰ ਤੇ ਪਾਉਣਾ ਚਾਹੀਦਾ, ਜੇ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਆਪਰੇਸ਼ਨ ਕਰਨਾ ਚਾਹੀਦਾ। ਸਵੀਅਰ ਹੈਡ ਇੰਜਰੀ ਦੇ ਕੇਸਿਸ ਨੂੰ ਵੀ ਜੇ ਆਪਾਂ ਵਧੀਆ ਮੈਨੇਜਮੈਂਟ ਦਿੰਦੇ ਹਾਂ ਤਾਂ 60 ਤੋਂ 70% ਮਰੀਜ਼ ਜਿਹੜੇ ਆ ਉਹ ਠੀਕ ਹੋ ਜਾਂਦੇ ਹੈਗੇ ਆ। ਤੇ ਦੂਸਰੀ ਹੈਗੀ ਮਾਈਲਡ ਹੈਡ ਇੰਜਰੀ, ਮੋਡਰੇਟ ਹੈਡ ਇੰਜਰੀ, ਮਤਲਬ ਸਿਰ ਤੇ ਸੱਟ ਲੱਗੀ ਮਰੀਜ਼ ਨੂੰ, ਮਰੀਜ਼ ਬੇਹੋਸ਼ ਹੋ ਗਿਆ ਲੇਕਿਨ ਘੰਟੇ 2 ਘੰਟੇ 4 ਘੰਟੇ 6 ਘੰਟੇ ਜਾਂ 1-2 ਦਿਨ ਬਾਅਦ ਪੇਸ਼ੈਂਟ ਆਪਣੇ ਆਪ ਹੀ ਹੋਸ਼ 'ਚ ਆ ਗਿਆ ਬਿਨਾਂ ਆਪਰੇਸ਼ਨ ਦੇ। ਤੇ ਇਹ ਕੇਸਿਸ ਵੀ, ਲੇਕਿਨ ਇਹਨਾਂ ਨੂੰ ਲੌਂਗ ਟਰਮ ਮੈਡੀਸਨ ਦੀ ਲੋੜ ਹੁੰਦੀ ਹੈ ਤੇ ਇਹ ਕੇਸਿਸ ਵੀ ਹੌਲੀ ਹੌਲੀ ਠੀਕ ਹੋ ਜਾਂਦੇ ਨੇ। ਤੀਸਰੀ ਆ ਗਿਆ ਮਾਈਨਰ ਹੈਡ ਇੰਜਰੀ, ਸਿਰ ਸੱਟ ਵੱਜੀ, ਥੋੜਾ ਬਹੁਤ ਪੇਸ਼ੈਂਟ ਨੂੰ ਦਿੱਕਤ ਹੋਈ, ਫਿਰ ਪੇਸ਼ੈਂਟ ਠੀਕ ਹੋ ਗਿਆ। ਇਹ ਕੇਸਿਸ ਕਈ ਵਾਰ ਬਾਅਦ 'ਚ ਜੋ ਪੋਸਟ ਕਨਕਸ਼ਨ ਸਿੰਡਰੋਮ ਦੇ ਸ਼ਿਕਾਰ ਹੋ ਜਾਂਦੇ ਆ। ਵੈਸੇ 3 ਕੈਟਾਗਰੀ ਦੇ ਹੀ ਹੋ ਜਾਂਦੇ ਆ। ਪੋਸਟ ਕਨਕਸ਼ਨ ਸਿੰਡਰੋਮ ਕੀ ਹੁੰਦਾ ਵੀ ਸਿਰ ਦੀ ਸੱਟ ਤੋਂ ਬਾਅਦ ਮਰੀਜ਼ ਚਿੜਚਿੜਾ ਰਹਿਣ ਲੱਗ ਗਿਆ, ਉਹਨੂੰ ਨੀਂਦ ਨਹੀਂ ਆਉਂਦੀ, ਉਹਦਾ ਸਿਰ ਭਾਰਾ ਰਹਿੰਦਾ ਹੈ ਜਾਂ ਹੋਰ ਉਹਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਤੇ ਇਹ ਜਿਹੜਾ ਪੋਸਟ ਕਨਕਸ਼ਨ ਸਿੰਡਰੋਮ ਹੈ ਇਹ ਫਿਰ ਪੇਸ਼ੈਂਟ ਨੂੰ ਕਈ ਵਾਰ 2-4 ਮਹੀਨਿਆਂ ਤੋਂ ਲੈ ਕੇ ਸਾਲਾਂ ਬੱਧੀ ਵੀ ਤੰਗ ਕਰ ਸਕਦਾ ਹੈ। ਬਟ ਇਹੀ ਹੈ ਵੀ ਹੈਡ ਇੰਜਰੀ ਜੇ ਤੁਹਾਨੂੰ ਭਾਵੇਂ ਸਵੀਅਰ ਹੁੰਦੀ ਹੈ ਜਾਂ ਮਾਈਲਡ ਹੁੰਦੀ ਹੈ ਤਾਂ ਇਮੀਡੀਏਟਲੀ ਨੀਅਰੈਸਟ ਹਸਪੀਟਲ ਪਹੁੰਚੋ, ਉੱਥੇ ਆਪਣੀ ਐਵੈਲੂਏਸ਼ਨ ਕਰਾਓ ਤੇ ਜੋ ਟ੍ਰੀਟਮੈਂਟ ਡਾਕਟਰ ਸਾਹਿਬ ਜਿੰਨੀ ਦੇਰ ਕਹਿੰਦੇ ਹੈ ਉਹ ਆਪਣਾ ਜਿਹੜਾ ਕੋਰਸ ਹੈ ਉਹ ਪੂਰਾ ਕਰੋ। ਜੀ ਸੋ ਇਸੇ ਦੇ ਨਾਲ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਚੱਲੀਏ, ਹੇਠਾਂ ਡਾਕਟਰ ਸਾਹਿਬ ਦਾ ਪਤਾ, ਨੰਬਰ ਸਭ ਕੁਝ ਚੱਲ ਰਿਹਾ ਹੈ। ਤੁਸੀਂ ਸੰਪਰਕ ਕਰ ਸਕਦੇ ਹੋ ਡਾਕਟਰ ਸਾਹਿਬ ਦੇ ਕੋਲੋਂ, ਆਪਣਾ ਤਸੱਲੀ ਬਖਸ਼ ਇਲਾਜ ਕਰਵਾ ਸਕਦੇ ਹੋ ਤੇ ਸੰਪਰਕ ਕਰਕੇ ਉਹਨਾਂ ਦੇ ਕੋਲੋਂ ਕਿਸੇ ਤਰੀਕੇ ਦੀ ਸਲਾਹ ਚਾਹੁੰਦੇ ਹੋ ਤਾਂ ਉਹ ਵੀ ਆਪਣੇ ਚੰਗੀ ਸਿਹਤ ਦੇ ਲਈ ਤੁਸੀਂ ਲੈ ਸਕਦੇ ਹੋ। ਸੋ ਅੱਗੇ ਵਧਦੇ ਹਾਂ ਡਾਕਟਰ ਸਾਹਿਬ ਅਧਰੰਗ ਦੇ ਵੱਲ। ਅਧਰੰਗ ਹੋ ਜਾਂਦਾ ਹੈ ਤਾਂ ਐ ਮੰਨਿਆ ਜਾਂਦਾ ਹੈ ਵੀ ਅੱਧ ਮਰਿਆ ਹੋ ਗਿਆ ਵਿਅਕਤੀ, ਨਾ ਕਿਤੇ ਜਾਣ ਆਉਣ ਜੋਗਾ ਰਿਹਾ, ਨਾ ਕੁਝ ਕਰਨ ਜੋਗਾ ਰਿਹਾ ਤੇ ਅਧਰੰਗ ਤੋਂ ਬਾਅਦ ਜ਼ਿੰਦਗੀ ਖੜ ਗਈ, ਐ ਮੰਨਿਆ ਜਾਂਦਾ ਹੈ। ਸੋ ਅਧਰੰਗ ਦੇ ਤੁਹਾਡੇ ਕੋਲ ਕਿਹੋ ਜਿਹੇ ਇਲਾਜ ਨੇ? ਅਧਰੰਗ ਠੀਕ ਹੋਣ ਵਾਲੀ ਚੀਜ਼ ਹੈ ਜਾਂ ਫਿਰ ਤਾਂ ਉਮਰ ਰਹਿਣ ਵਾਲੀ ਚੀਜ਼ ਹੈ? ਹਾਂ, ਅਧਰੰਗ ਦੇ ਬਾਰੇ ਮੈਂ ਤੁਹਾਨੂੰ ਇੱਕ ਬੜੀ ਹੀ ਫਨੀ ਗੱਲ ਦੱਸਦਾ ਵੀ ਜਦੋਂ ਕਿਸੇ ਬੱਚੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਮੰਮੀ ਪਾਪਾ ਦੀ ਗੱਲ ਜ਼ਰੂਰ ਕਰਦੇ ਹਾਂ। ਤਾਂ ਇਦਾਂ ਹੀ ਅਧਰੰਗ ਹੈ, ਜਦੋਂ ਅਧਰੰਗ ਦੀ ਗੱਲ ਕਰਾਂਗੇ ਤੇ ਮੰਮੀ ਪਾਪਾ ਦੀ ਗੱਲ ਵੀ ਜ਼ਰੂਰ ਕਰਾਂਗੇ। ਅਧਰੰਗ ਦਾ ਪਾਪਾ ਹੈ ਹਾਈਪਰਟੈਂਸ਼ਨ ਤੇ ਮੰਮੀ ਹੈ ਡਾਇਬਟੀਜ਼। ਮਤਲਬ ਜ਼ਿਆਦਾਤਰ ਜੋ ਸਟ੍ਰੋਕ ਦੇ ਕੇਸਿਸ ਹੈ ਉਹ ਸ਼ੂਗਰ ਤੇ ਬੀਪੀ ਦਾ ਪ੍ਰੋਪਰ ਇਲਾਜ ਨਾ ਕਰਨ ਕਰਕੇ ਹੁੰਦੇ ਆ। ਤੇ ਇਸ ਲਈ ਪਹਿਲੇ ਨੰਬਰ ਤੇ ਤਾਂ ਇਹੀ ਹੈ ਵੀ ਅਧਰੰਗ ਦੇ ਜਿਹੜੇ ਰਿਸਕ ਫੈਕਟਰ ਹੈ ਆਪਾਂ ਉਹਨਾਂ ਨੂੰ ਹੈ ਕਾਊਂਟਰ ਕਰੀਏ ਤਾਂ ਕਿ ਅਧਰੰਗ ਹੋਵੇ ਹੀ ਨਾ। ਜਿਵੇਂ ਤੁਸੀਂ ਖੁਦ ਹੀ ਦੱਸਿਆ ਵੀ ਅਧਰੰਗ ਨਾਲ ਬੰਦਾ ਅਧਮਰਿਆ ਹੋ ਜਾਂਦਾ ਹੈ ਤਾਂ ਜਿਹੜੀ ਬਿਮਾਰੀ ਇੰਨੀ ਖਤਰਨਾਕ ਹੈ ਵੀ, ਤਾਂ ਇਹਦਾ ਮਤਲਬ ਇਹੀ ਹੈ ਵੀ ਉਹਨੂੰ ਆਪਾਂ ਪਹਿਲੇ ਨੰਬਰ ਤੇ ਹੋਣ ਤੋਂ ਹੀ ਬਚਾਈਏ। ਹੋਣ ਤੋਂ ਬਚਾਉਣ ਦੇ 2 ਤਰੀਕੇ ਹੁੰਦੇ ਆ, ਇੱਕ ਨੂੰ ਆਪਾਂ ਪ੍ਰਾਇਮਰੀ ਪ੍ਰੀਵੈਂਸ਼ਨ ਕਹਿੰਦੇ ਆ। ਮਤਲਬ ਜਿਹੜੇ ਬੰਦੇ ਨੂੰ ਹਜੇ ਤੱਕ ਅਧਰੰਗ ਨਹੀਂ ਹੋਇਆ ਉਹ ਆਪਣੀ ਲਾਈਫ ਕੁਝ ਮੋਡੀਫਿਕੇਸ਼ਨਸ ਕਰੇ ਤਾਂ ਕਿ ਉਹਨੂੰ ਅਧਰੰਗ ਨਾ ਹੋਵੇ। ਇਹ 'ਚੋਂ ਸਭ ਤੋਂ ਨੰਬਰ ਤੇ ਇੱਕ ਹੈ ਹਾਈਪਰਟੈਂਸ਼ਨ, ਬੀਪੀ।
ਜੀ ਐਕਚੁਅਲੀ ਬੀਪੀ ਦੀ ਕੀ ਪ੍ਰੋਬਲਮ ਹੈ, ਬੀਪੀ ਸਾਇਲੈਂਟ ਕਿਲਰ ਹੈ। ਜੀ ਜੀ ਪੇਸ਼ੈਂਟ ਦਾ ਕਈ ਵਾਰ ਅਸੀਂ ਆਂਦਾ ਚੈੱਕ ਕਰਦੇ ਹਾਂ, ਬੀਪੀ ਹੁੰਦਾ 210/120, ਜੀ ਤੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਜੀ ਬੀਪੀ ਕਦੇ ਚੈੱਕ ਕਰਾਇਆ, ਉਹ ਕਹਿੰਦੇ ਕਰਾਇਆ ਨਹੀਂ। ਅਸੀਂ ਕਿਹਾ ਕਿਉਂ ਨਹੀਂ ਕਰਾਇਆ, ਕਹਿੰਦੇ ਕਦੇ ਲੋੜ ਨਹੀਂ ਪਈ। ਤਾਂ ਬੀਪੀ ਲੋੜ ਪੈਣ ਤੇ ਨਹੀਂ ਚੈੱਕ ਕਰਾਉਣਾ। ਹਰ ਬੰਦਾ ਜਿਹਦੀ ਉਮਰ 25 ਸਾਲ ਤੋਂ ਉੱਪਰ ਹੈ ਉਹਨੂੰ ਸਾਲ 'ਚ ਆਪਣਾ 2-4 ਵਾਰ ਬੀਪੀ ਵੈਸੇ ਹੀ ਚੈੱਕ ਕਰਾ ਲੈਣਾ ਚਾਹੀਦਾ ਹੈ। ਜੀ ਦੂਸਰੀ ਹੈ ਡਾਇਬਟੀਜ਼। ਡਾਇਬਟੀਜ਼ ਦਾ ਵੀ ਸੇਮ ਹੈ। ਡਾਇਬਟੀਜ਼ ਦੇ ਕੁਝ ਸਿੰਪਟਮ ਹੁੰਦੇ ਆ, ਜਿਵੇਂ ਪਿਆਸ ਜ਼ਿਆਦਾ ਲੱਗਣ ਲੱਗ ਜਾਂਦੀ ਹੈ, ਭੁੱਖ ਜ਼ਿਆਦਾ ਲੱਗਣ ਲੱਗ ਜਾਂਦੀ ਹੈ, ਬਾਥਰੂਮ ਜ਼ਿਆਦਾ ਆਉਣ ਲੱਗ ਜਾਂਦਾ, ਬਟ ਇਹ ਕਈ ਪੇਸ਼ੈਂਟ 'ਚ ਇਹ ਸਿੰਪਟਮ ਵੀ ਨਹੀਂ ਆਉਂਦੇ। ਤਾਂ ਡਾਇਬਟੀਜ਼ ਦਾ ਵੀ ਸੇਮ ਹੈ ਕਿ ਹਰ ਬੰਦਾ ਜਿਹਦੀ ਉਮਰ 25-30 ਸਾਲ ਤੋਂ ਉੱਪਰ ਹੈ ਉਹਨੂੰ ਆਪਣੀ ਸ਼ੂਗਰ ਜਿਹੜੀ ਹੈ ਸਾਲ 2 ਸਾਲ ਬਾਅਦ ਚੈੱਕ ਕਰਾ ਲੈਣੀ ਚਾਹੀਦੀ ਹੈ। ਤੇ ਇਹ ਨਾ ਹੋਵੇ ਕਿ ਸਿੱਧਾ ਸਾਨੂੰ ਅਧਰੰਗ ਦਾ ਅਟੈਕ ਹੋਵੇ, ਉਹਦੀ ਪਤਾ ਲੱਗੇ ਵੀ ਸਾਨੂੰ ਤਾਂ ਪਿਛਲੇ 5 ਸਾਲਾਂ ਤੋਂ ਡਾਇਬਟੀਜ਼ ਸੀ ਤੇ ਵਿਗੜ ਕੇ ਕੰਮ ਇਹ ਹੋ ਗਿਆ। ਤੀਸਰੇ ਨੰਬਰ ਤੇ ਆਪਣੀ ਡਾਈਟ ਹੈਗੀ ਹੈ ਜਿਹੜੀ ਉਹ ਬੈਟਰ ਕਰਨੀ ਹੈ, ਜਿਵੇਂ ਫਲ ਸਬਜ਼ੀਆਂ ਜ਼ਿਆਦਾ ਖਾਣੀਆਂ ਹੈਗੀਆਂ, ਤਲੀਆਂ ਮਿੱਠੀਆਂ ਚੀਜ਼ਾਂ ਘੱਟ ਖਾਣੀਆਂ, ਨਮਕ ਘੱਟ ਲੈਣਾ। ਐਕਸਟਰਾ ਸਾਲਟ ਕਰਕੇ ਪੰਜਾਬ ਦੇ ਏਰੀਆ 'ਚ ਖਾਸ ਕਰਕੇ ਇੱਕ ਬਹੁਤ ਵੱਡਾ ਰੀਜ਼ਨ ਹੈ ਬੀਪੀ ਦਾ। ਜੋ ਲੋਕ ਅਚਾਰ ਖਾ ਲੈਂਦੇ ਹੈ ਜਾਂ ਨਮਕੀਨ ਖਾ ਲੈਂਦੇ ਹੈ ਜਾਂ ਇੱਦਾਂ ਦੀਆਂ ਚੀਜ਼ਾਂ ਖਾ ਲੈਂਦੇ ਹੈ। तो पहले नंबर ते ਤਾਂ ਪ੍ਰਾਇਮਰੀ ਪ੍ਰੀਵੈਂਸ਼ਨ ਤੇ ਸੈਕੰਡਰੀ ਪ੍ਰੀਵੈਂਸ਼ਨ ਹੈ ਵੀ ਮਾੜਾ ਮੋਟਾ ਅਧਰੰਗ ਦਾ ਅਟੈਕ ਹੋ ਗਿਆ ਜੀ। ਜਨਰਲੀ ਜਿਹੜਾ ਤੁਸੀਂ ਅਧਮਰੇ ਵਾਲਾ ਅਟੈਕ ਕਹਿੰਦੇ ਹੋ ਨਾ, ਕਿ ਸ਼ੁਰੂ ਚ ਅਧਮਰੇ ਵਾਲਾ ਅਟੈਕ ਨਹੀਂ ਹੁੰਦਾ, ਪਹਿਲਾਂ ਮਾਈਨਰ ਅਟੈਕ ਹੁੰਦਾ ਹੈ, ਫਿਰ ਮੋਡਰੇਟ ਅਟੈਕ ਹੁੰਦਾ, ਫਿਰ ਸੀਵੀਅਰ ਅਟੈਕ ਹੁੰਦਾ। ਨਾਰਮਲੀ ਕੀ ਹੁੰਦਾ, ਮਾਈਨਰ ਅਟੈਕ ਲੋਕ ਮਿਸ ਕਰ ਦਿੰਦੇ ਆ, ਜਿਵੇਂ ਬੰਦੇ ਦੇ ਅਣਗੌਲਿਆ ਕਰਦੇ, ਆਇਆ ਚਿਹਰਾ ਸੁੰਨ ਹੋ ਗਿਆ, ਅੱਧੇ ਘੰਟੇ ਬਾਅਦ ਠੀਕ ਹੋ ਗਿਆ, ਕਹਿੰਦੇ ਚਲੋ ਠੀਕ ਹੋ ਗਿਆ ਆਪਾਂ ਕੀ ਲੈਣਾ, ਜਾਂ ਇਦਾਂ ਹੀ ਸਰੀਰ ਦਾ ਪਾਸਾ ਸੁੰਨ ਹੋ ਗਿਆ ਫਿਰ ਆਪਣੇ ਆਪ ਹੀ ਠੀਕ ਹੋ ਗਿਆ, ਜਿਹਨੂੰ ਅਸੀਂ TIA ਕਹਿੰਦੇ ਆ, ਟ੍ਰਾਂਜੀਐਂਟ ਇਸਕੀਮਿਕ ਅਟੈਕ। ਮਤਲਬ ਰੰਗ ਦਾ ਇੱਕ ਮਾਈਨਰ ਅਟੈਕ ਹੋ ਕੇ ਆਪਣੇ ਆਪ ਹੀ ਠੀਕ ਹੋ ਗਿਆ। ਆਈਡਲੀ ਉਸ ਕੰਡੀਸ਼ਨ 'ਚ ਬੰਦੇ ਨੂੰ ਤੁਰੰਤ ਹਸਪੀਟਲ ਜਾ ਕੇ ਆਪਣੇ ਚੈੱਕਅਪ ਕਰਾਉਣੇ ਚਾਹੀਦੇ ਆ, ਤਾਂ ਕਿ ਐਟਲੀਸਟ ਉਹਨੂੰ ਅਸੀਂ ਡਾਕਟਰੀ ਲੈਂਗੁਏਜ ਵਾਰਨਿੰਗ ਅਟੈਕ ਕਹਿੰਦੇ ਆ। ਮਤਲਬ ਇੱਕ ਤਰ੍ਹਾਂ ਦੀ ਨੇਚਰ ਤੁਹਾਨੂੰ ਵਾਰਨਿੰਗ ਦੇ ਰਿਹਾ ਵੀ ਸੁਧਰ ਜਾਓ, ਨਹੀਂ ਤਾਂ ਫਿਰ ਕੰਮ ਖਰਾਬ ਹੋ ਜਾਏਗਾ, ਠੀਕ ਹੈ। ਤੇ ਫਿਰ ਆ ਗਿਆ ਅਧਰੰਗ ਦਾ ਅਟੈਕ। ਜਿਹੜਾ ਅਧਰੰਗ ਦਾ ਅਟੈਕ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ, ਨਾੜੀ ਬਲੌਕ ਹੋਣ ਵਾਲਾ ਹੁੰਦਾ ਜਿਹਨੂੰ ਅਸੀਂ ਇਸਕੀਮਿਕ ਸਟ੍ਰੋਕ ਕਹਿੰਦੇ ਆ, ਤੇ ਨਾੜੀ ਫਟਣ ਵਾਲਾ ਹੁੰਦਾ ਜਿਹਨੂੰ ਹੈਮਰੇਜਿਕ ਸਟ੍ਰੋਕ ਕਹਿੰਦੇ ਆ। ਨਾੜੀ ਫਟਣ ਵਾਲਾ ਅਟੈਕ ਤੋਂ ਬੀਪੀ ਅਨਕੰਟਰੋਲਡ ਬੀਪੀ ਕਰਕੇ ਹੀ ਹੁੰਦਾ ਜੀ, ਤਾਂ ਉਹਦਾ ਤਾਂ ਉਹੀ ਹੈ ਵੀ ਤੁਹਾਨੂੰ ਬੀਪੀ ਕੰਟਰੋਲ ਰੱਖਣਾ ਚਾਹੀਦਾ। ਜਿਹੜਾ ਨਾੜੀ ਬਲੌਕ ਹੋਣ ਵਾਲਾ ਅਟੈਕ ਹੈ ਉਹਦੇ ਲਈ ਇੱਕ ਟੀਕਾ ਬਣਿਆ ਹੋਇਆ ਜਿਹਨੂੰ ਅਸੀਂ ਥ੍ਰੰਬੋਲਾਈਸਿਸ ਕਹਿ ਦਿੰਦੇ ਆ ਜੀ। ਮਤਲਬ 3 ਘੰਟੇ ਦੇ ਅੰਦਰ ਅੰਦਰ ਟੀਕਾ ਲੱਗ ਜੇ ਤਾਂ ਉਹ ਅਟੈਕ ਠੀਕ ਹੋ ਸਕਦਾ ਹੈ ਜੀ। ਇਸ ਦੇ ਨਾਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਹਨਾਂ ਦੇ ਮੰਮੀ ਪਾਪਾ ਦਾ ਵੀ ਕਿ ਇਸ ਨੂੰ ਇਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਸਕਦਾ, ਮਤਲਬ ਕਿ ਤੁਸੀਂ ਜੜ ਹੀ ਦੱਸਦੀ ਉਹਦੀ ਸ਼ੁਰੂ ਕਿੱਥੋਂ ਹੁੰਦਾ। ਹੁਣ ਆ ਜਾਂਦੇ ਆ ਮਿਰਗੀ ਵੱਲ। ਮਿਰਗੀ ਵੀ ਬੜੀ ਘਾਤਕ ਬਿਮਾਰੀ, ਬੰਦਾ ਕਿਤੇ ਤੁਰਿਆ ਫਿਰਦਾ ਪਤਾ ਹੀ ਨਹੀਂ ਲੱਗਣਾ ਕਦੋਂ ਕੀ ਹੋ ਗਿਆ, ਇਕੱਲਾ ਵੀ ਨਹੀਂ ਜਾ ਸਕਦਾ ਕਿਤੇ, ਕਿਉਂਕਿ ਲੋਕਾਂ ਨੇ ਤਾਂ ਤਮਾਸ਼ਾ ਹੀ ਦੇਖਣਾ ਹੁੰਦਾ। ਪਰ ਮਿਰਗੀ ਦਾ ਹੱਲ ਕੀ ਹੈ, ਮਿਰਗੀ ਕਿਉਂ ਹੁੰਦੀ ਹੈ, ਕਿਵੇਂ ਨਜਿੱਠਿਆ ਜਾ ਸਕਦਾ? ਤਾਂ ਹਾਂ, ਇੱਕ ਗੱਲ ਤੇ ਜ਼ਰੂਰ ਚਾਨਣਾ ਪਾਇਓ, ਕਹਿੰਦੇ ਜੁੱਤੀ ਸੰਘਾ ਦਿਓ ਮਿਰਗੀ ਠੀਕ ਹੋ ਜਾਂਦੀ ਹੈ। ਤਰਕ ਕਿੰਨਾ ਕੁ ਠੀਕ ਹੈ? ਉਹ ਬਿਲਕੁਲ ਗਲਤ ਤਰਕ ਹੈ ਜੀ। ਮਿਰਗੀ ਇੱਕ ਐਸੀ ਬਿਮਾਰੀ ਹੈ ਜਿਹੜੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ, ਕਿਸੇ ਵੀ ਸਮੇਂ। ਹਾਂ, ਬਟ ਇਹਦੇ ਕਾਰਨ ਜਿਹੜੇ ਹੈ ਉਹ ਅਲੱਗ-ਅਲੱਗ ਹੈ ਜੀ। ਬੱਚਿਆਂ ਦੇ ਵਿੱਚ ਜਨਰਲੀ ਮਿਰਗੀ ਇਸ ਲਈ ਹੁੰਦੀ ਹੈ ਵੀ ਜਾਂ ਤਾਂ ਬੱਚੇ ਨੂੰ ਜਨਮ ਦੇ ਟਾਈਮ ਤੇ ਆਕਸੀਜਨ ਦੀ ਕਮੀ ਰਹਿ ਗਈ ਹੈ, ਇਹ ਅਕਸਰ ਫਿਰ ਉਹੀ ਗੱਲ ਹੈ ਕਾਰਨ ਅਗਰ ਆਪਾਂ ਲੱਭਣ ਦੀ ਕੋਸ਼ਿਸ਼ ਕਰੀਏ। ਅੱਜ ਵੀ ਇੰਡੀਆ ਦੇ ਵਿੱਚ ਗਵਰਨਮੈਂਟ ਇਨਸੈਂਟਿਵ ਦੇ ਰਹੀ ਹੈ, ਗਵਰਨਮੈਂਟ ਦਾ ਟਾਰਗੇਟ ਹੈ ਕਿ 100% ਡਿਲੀਵਰੀਜ਼ ਹਸਪੀਟਲਾਈਜ਼ ਹੋਣੀਆਂ ਚਾਹੀਦੀਆਂ ਨੇ ਜੀ, ਬਟ ਅੱਜ ਵੀ ਹੋਮ ਡਿਲੀਵਰੀਜ਼ ਬਹੁਤ ਹੁੰਦੀਆਂ ਨੇ। ਹੋਮ ਡਿਲੀਵਰੀਜ਼ ਕੀ ਹੁੰਦਾ ਕਿ ਜੇ ਡਿਲੀਵਰੀ ਦੇ ਟਾਈਮ ਤੇ ਬੱਚੇ ਨੂੰ ਕੋਈ ਪ੍ਰੋਬਲਮ ਹੈ, ਜਿਵੇਂ ਕਈ ਵਾਰ ਬੱਚੇ ਦੇ ਮੂੰਹ 'ਚ ਮਲ ਮੂਤਰ ਚਲਾ ਜਾਂਦਾ ਹੈ ਜਿਹੜਾ ਅੰਦਰ ਹੈ, ਜਿਹਨੂੰ ਮਕੋਨੀਅਮ ਕਹਿ ਦਿੰਦੇ ਆ, ਜਾਂ ਬੱਚੇ ਦੇ ਆਸ-ਪਾਸ ਜਿਹੜੀ ਉਹ ਕੌਰਡ ਹੈ ਉਹ ਲਿਫਟ ਜਾਂਦੀ ਹੈ। ਜੇ ਤੁਸੀਂ ਹੋਮ ਡਿਲੀਵਰੀ ਕਰਾਉਂਦੇ ਹੋ ਤਾਂ ਫਿਰ ਘਰੇ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਬੱਚੇ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਤੇ ਉਸ ਕਰਕੇ ਫਿਰ ਬ੍ਰੇਨ ਕਮਜ਼ੋਰ ਰਹਿੰਦਾ ਤੇ ਮਿਰਗੀ ਹੁੰਦੀ ਆ। ਜਾਂ ਜਿਹੜੇ ਹੋਰ ਵਿਕਾਰ ਹੈਗੇ ਆ ਬੱਚੇ ਦੇ, ਮਾਂ ਦੇ ਪੇਟ 'ਚ ਹੀ ਬੱਚੇ ਦਾ ਬ੍ਰੇਨ ਸਹੀ ਤਰੀਕੇ ਨਾਲ ਨਹੀਂ ਬਣਦਾ, ਜਿਵੇਂ ਜਦੋਂ ਮਾਂ ਪ੍ਰੈਗਨੈਂਟ ਹੈ, ਅਗਰ ਉਹ ਪ੍ਰੋਪਰ ਖਾਣਾ ਪੀਣਾ ਨਹੀਂ ਲੈਂਦੀ ਹੈ, ਜਾਂ ਕੋਈ ਉਹਨੇ ਗਲਤ ਦਵਾਈਆਂ ਲੈ ਲਈਆਂ ਹੈਗੀਆਂ, ਜਾਂ ਕੋਈ ਉਹਨੂੰ ਐਕਸਟਰਾ ਐਕਸਪੋਜ਼ਰ ਹੋ ਗਿਆ, ਤਾਂ ਉਹਦਾ ਬ੍ਰੇਨ ਗਲਤ ਬਣ ਜਾਏਗਾ। ਤਾਂ ਬੱਚਿਆਂ 'ਚ ਮੇਨ ਜਿਹੜਾ ਮਿਰਗੀ ਦਾ ਕਾਰਨ ਹੈ ਉਹ ਪੈਰੀਨੇਟਲ ਹਾਈਪੋਕਸੀਆ ਤੇ ਜਿਹਨੂੰ ਅਸੀਂ ਨਿਊਰੋ ਡਿਵੈਲਪਮੈਂਟਲ ਮਾਲਫਾਰਮੇਸ਼ਨਸ ਕਹਿ ਦਿੰਦੇ ਆ, ਉਹ ਹੈ। ਜਦੋਂ ਆ ਗਿਆ ਹੁਣ ਆ ਗਿਆ ਯੰਗ ਬੰਦਿਆਂ ਦੇ ਵਿੱਚ, ਮਤਲਬ 15 ਤੋਂ 45 ਸਾਲ ਦੀ ਉਮਰ 'ਚ ਮਿਰਗੀ ਦਾ ਹੋਣਾ, ਉਹ ਜਾਂ ਤਾਂ ਕਿਸੇ ਟਿਊਮਰ ਕਰਕੇ ਹੋ ਸਕਦਾ ਹੈ, ਬ੍ਰੇਨ ਟਿਊਮਰ ਕਰਕੇ, ਤੇ ਜਾਂ ਖਰਾਬ ਨਾੜਾਂ ਦੇ ਗੁੱਛੇ ਕਰਕੇ ਹੋ ਸਕਦਾ ਜਿਹਨੂੰ ਅਸੀਂ AVM ਕਹਿੰਦੇ ਹਾਂ। ਤੇ 올ਡ ਏਜ 'ਚ ਮਿਰਗੀ ਦਾ ਕਾਰਨ ਜਿਹੜਾ ਅਧਰੰਗ ਦਾ ਅਟੈਕ ਹੈ। ਅਗਰ 올ਡ ਕੋਈ 60-65 ਸਾਲ ਦਾ ਬਾਬਾ ਸਾਡੇ ਕੋਲ ਆਉਂਦਾ ਹੈ ਮਿਰਗੀ ਪਹਿਲੀ ਵਾਰ ਲੈ ਕੇ, ਤਾਂ ਅਸੀਂ ਮਤਲਬ ਅਨਟਿਲ ਪ੍ਰੂਵਡ ਅਦਰਵਾਈਜ਼ ਉਹ ਮੰਨ ਕੇ ਚੱਲਦੇ ਹਾਂ ਕਿ ਇਹਨੂੰ ਅਧਰੰਗ ਦਾ ਕੋਈ ਛੋਟਾ ਮੋਟਾ ਅਟੈਕ ਹੋਇਆ ਹੋਵੇਗਾ, ਇਹਨੇ ਮਿਸ ਕਰਤਾ ਤੇ ਉਸ ਕਰਕੇ ਮਿਰਗੀ ਹੋਇਆ। ਤਾਂ ਪਹਿਲਾਂ ਤਾਂ ਏਜ ਦੇ ਹਿਸਾਬ ਨਾਲ ਇਹਦਾ ਕਾਰਨ ਆਪਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਾਇਗਨੋਸਿਸ ਲਈ MRI ਤੇ EEG ਤੋਂ ਟੈਸਟ ਹੁੰਦੇ ਉਹ ਆਪਾਂ ਕਰਾਉਂਦੇ ਹਾਂ, ਫਿਰ ਮਿਰਗੀ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਨਰਲੀ ਜਦੋਂ ਪੇਸ਼ੈਂਟ 2 ਸਾਲ ਮਿਰਗੀ ਫ੍ਰੀ ਰਹਿੰਦਾ ਹੈ, ਫਿਰ ਆਪਾਂ ਉਹਦੀਆਂ ਦਵਾਈਆਂ ਹੌਲੀ ਹੌਲੀ ਕਰਕੇ ਬੰਦ ਕਰਦੇ ਹਾਂ।
ਤੇ ਜਿੱਥੋਂ ਤੱਕ ਆ ਗਿਆ ਮਿਰਗੀ ਦਾ ਅਕਿਊਟ ਅਟੈਕ ਹੋਇਆ, ਇੱਕਦਮ ਤੁਹਾਡੇ ਸਾਹਮਣੇ ਮਿਰਗੀ ਪੈ ਗਈ, ਤਾਂ ਕੀ ਕਰਨਾ ਚਾਹੀਦਾ ਹੈ? ਜੀ ਤਾਂ ਪਹਿਲੇ ਨੰਬਰ ਤੇ ਤਾਂ ਮਰੀਜ਼ ਨੂੰ ਟੇਢਾ ਲਟਾ ਦੇਣਾ ਚਾਹੀਦਾ ਹੈ ਤਾਂ ਕਿ ਉਹਦੀ ਲਾਰ ਫੇਫੜਿਆਂ 'ਚ ਨਾ ਜਾਵੇ, ਲਾਰ ਬਾਹਰ ਨਿਕਲ ਜੇ। ਦੂਜੇ ਨੰਬਰ ਤੇ ਲੋਕ ਜਿਹੜੇ ਹੈਗੇ ਦੂਰ ਦੂਰ ਕਰ ਦੇਣੇ ਚਾਹੀਦੇ ਤਾਂ ਕਿ ਮਰੀਜ਼ ਨੂੰ ਆਕਸੀਜਨ ਵਗੈਰਾ ਮਿਲਦੀ ਰਹੇ। ਜ਼ਿਆਦਾਤਰ ਮਿਰਗੀ ਦੇ ਅਟੈਕ ਆਪਣੇ ਆਪ 1 ਜਾਂ 2 ਮਿੰਟਾਂ 'ਚ ਆਪਣੇ ਆਪ ਰੁਕ ਜਾਂਦੇ ਹੈਗੇ। ਜੀ ਅਗਰ ਅਟੈਕ ਮਿਰਗੀ ਦਾ 2 ਜਾਂ 3 ਮਿੰਟਾਂ ਤੱਕ ਵੀ ਨਹੀਂ ਰੁਕਦਾ ਤਾਂ ਪੇਸ਼ੈਂਟ ਨੂੰ ਤੁਰੰਤ ਚੱਕ ਕੇ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ, ਜਿੱਥੇ ਫਿਰ ਉਹਦਾ ਅੱਗੇ ਇਲਾਜ ਹੋ ਸਕੇ। ਜੀ ਇਹਦੇ ਵਿੱਚ ਕੋਈ ਸਪੈਸੀਫਿਕ ਸਾਈਡ ਵੀ ਹੈ, ਸੱਜੇ ਜਾਂ ਖੱਬੇ ਨਹੀਂ, ਐਸਾ ਨਹੀਂ, ਕਿਸੇ ਵੀ ਸਾਈਡ ਲਟਾ ਸਕਦੇ, ਕਿਸੇ ਵੀ ਸਾਈਡ ਲਟਾਇਆ ਜਾ ਸਕਦਾ। ਬੇਸਿਕਲੀ ਮੂੰਹ ਤੁਹਾਡਾ ਨੀਚੇ ਹੋ ਗਿਆ ਤਾਂ ਲਾਰ ਬਾਹਰ ਨਿਕਲ ਜਾਏਗੀ, ਅੰਦਰ ਨਹੀਂ ਜਾਏਗੀ। ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੱਖ-ਵੱਖ ਚੀਜ਼ਾਂ 'ਚ ਆਪਣੇ ਆਪ ਨੂੰ ਮੋਨੀਟਰ ਕਰਦੇ ਰਹਿਣਾ, ਸਮੇਂ-ਸਮੇਂ ਤੇ ਸਿਹਤ ਦਾ ਧਿਆਨ ਰੱਖਣਾ ਕਿ ਹਰ ਚੀਜ਼ ਨੂੰ ਦੇਖਣਾ ਚਾਹੀਦਾ, ਫਿਰ ਤਾਂ ਕਿ ਬਿਮਾਰੀ ਲਾਗੇ ਹੀ ਨਾ ਆਵੇ, ਉਸ ਨਾਲ ਨਜਿੱਠਿਆ ਜਾ ਸਕੇ। ਸੋ ਹੁਣ ਅੱਗੇ ਵੱਲ ਵਧਦੇ ਹਾਂ, ਬ੍ਰੇਨ ਟਿਊਮਰ ਦੀ ਗੱਲ ਕਰਦੇ ਹਾਂ। ਬ੍ਰੇਨ ਟਿਊਮਰ ਬੜੀ ਖਤਰਨਾਕ ਟਿਊਮਰ, ਤਾਂ ਚਲੋ ਵੈਸੇ ਹੀ ਨਾਮ ਆ ਜਾਵੇ ਤਾਂ ਖਤਰਨਾਕ ਟਰਮ ਹੋ ਜਾਂਦੀ ਹੈ। ਸੋ ਬ੍ਰੇਨ ਟਿਊਮਰ ਕਿਵੇਂ ਹੁੰਦਾ ਹੈ, ਕਿਵੇਂ ਨਜਿੱਠਦੇ ਹੋ? ਹਾਂ, ਬ੍ਰੇਨ ਟਿਊਮਰ ਜਿਹੜੇ ਹੈਗੇ, ਬ੍ਰੇਨ ਦੇ ਵਿੱਚ 2 ਤਰ੍ਹਾਂ ਦੇ ਟਿਊਮਰ ਹੁੰਦੇ ਆ। ਇੱਕ ਪਹਿਲੇ ਨੰਬਰ ਤੇ ਤਾਂ ਪ੍ਰਾਇਮਰੀ ਬ੍ਰੇਨ ਟਿਊਮਰ ਔਰ ਸੈਕੰਡਰੀ ਬ੍ਰੇਨ ਟਿਊਮਰ। ਪ੍ਰਾਇਮਰੀ ਬ੍ਰੇਨ ਟਿਊਮਰ ਦਾ ਮਤਲਬ ਜੋ ਬ੍ਰੇਨ ਦੇ ਅੰਦਰ ਹੀ ਪੈਦਾ ਹੋਇਆ, ਜੀ, ਤੇ ਸੈਕੰਡਰੀ ਬ੍ਰੇਨ ਟਿਊਮਰ ਦਾ ਮਤਲਬ ਹੈ ਜੋ ਕਿਤੇ ਸਰੀਰ 'ਚ ਹੋਰ ਪੈਦਾ ਹੋਇਆ, ਜਿਵੇਂ ਫੇਫੜਿਆਂ 'ਚ ਜਾਂ ਸਤਨ 'ਚ ਜਾਂ ਲਿਵਰ 'ਚ, ਤੇ ਬਾਅਦ 'ਚ ਬ੍ਰੇਨ ਚਲਾ ਗਿਆ। ਜੀ ਜਿਹੜਾ ਸੈਕੰਡਰੀ ਬ੍ਰੇਨ ਟਿਊਮਰ ਹੈ ਉਹਦਾ ਤਾਂ ਇਲਾਜ ਜਿਹੜੀ ਉਹਦੀ ਪ੍ਰਾਇਮਰੀ ਬਿਮਾਰੀ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਤੇ ਜਿਹੜਾ ਪ੍ਰਾਇਮਰੀ ਬ੍ਰੇਨ ਟਿਊਮਰ ਹੈ ਉਹ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਬਿਨਾਈਨ ਜਿਹਨੂੰ ਕਹਿ ਦਿੰਦੇ ਆ, ਜੀ ਮਤਲਬ ਨਾਨ ਕੈਂਸਰਸ, ਤੇ ਦੂਸਰਾ ਕੈਂਸਰਸ। ਜਿਹੜਾ ਬਿਨਾਈਨ ਬ੍ਰੇਨ ਟਿਊਮਰ ਹੈ ਇਹ 'ਚ ਪ੍ਰੋਗਨੋਸਿਸ ਬੜੀ ਅੱਛੀ ਹੁੰਦੀ ਹੈ, ਇਹ ਜੇ ਪੂਰੀ ਤਰ੍ਹਾਂ ਨਿਕਲ ਜੇ ਤਾਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਤੇ ਜਿਹੜਾ ਕੈਂਸਰਸ ਬ੍ਰੇਨ ਟਿਊਮਰ ਹੈ ਉਹਦੇ ਵਿੱਚ ਜਿਵੇਂ ਨਾਰਮਲ ਕੈਂਸਰ ਦਾ ਆਪਾਂ ਕਰਦੇ ਹਾਂ, ਬ੍ਰੇਨ 'ਚੋਂ ਟਿਊਮਰ ਕੱਢ ਕੇ ਬਾਅਦ 'ਚ ਉਹਦੀ ਜਾਂਚ ਦਾ ਟੁਕੜਾ ਭੇਜਿਆ ਜਾਂਦਾ ਹੈ, ਤੇ ਜੋ ਜਾਂਚ ਆਉਂਦੀ ਹੈ ਉਸ ਤੋਂ ਬਾਅਦ ਰੇਡੀਓ ਤੇ ਕੀਮੋਥੈਰੇਪੀ ਦਿੱਤੀ ਜਾਂਦੀ ਹੈ। ਤਾਂ ਬ੍ਰੇਨ ਟਿਊਮਰ ਵਰਡ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹੜੇ ਬਿਨਾਈਨ ਬ੍ਰੇਨ ਟਿਊਮਰ ਹੈ ਉਹਨਾਂ ਦੀ ਪ੍ਰੋਗਨੋਸਿਸ ਬਹੁਤ ਹੀ ਅੱਛੀ ਹੁੰਦੀ ਹੈ ਤੇ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਆ। ਜੀ ਇਹਦਾ ਸਕਸੈਸਫੁਲ ਹੋਣ ਦਾ ਰੇਟ ਕਿੰਨਾ ਕੁ ਹੈ? ਇਹਦੇ 'ਚ ਹਮੇਸ਼ਾ ਠੀਕ ਹੋ ਜਾਂਦਾ ਜਾਂ ਫਿਰ ਅਣਗਹਿਲੀ ਦਾ ਕਾਰਨ ਕਈ ਵਾਰੀ ਮੌਤ ਤੱਕ ਵੀ ਗੱਲ ਪਹੁੰਚ ਜਾਂਦੀ? ਹਾਂ, ਦੇਖੋ ਇਹਦੇ 'ਚ ਇਹੀ ਹੈ ਵੀ ਜੇ ਤਾਂ ਛੋਟਾ ਟਿਊਮਰ ਕੱਢਣਾ ਸੌਖਾ ਹੈ, ਉਹ 'ਚ ਕੰਪਲਿਕੇਸ਼ਨ ਵੀ ਘੱਟ ਆਉਂਦੀਆਂ। ਵੱਡਾ ਟਿਊਮਰ ਕੱਢਣਾ ਔਖਾ ਹੈ, ਉਹ 'ਚ ਕੰਪਲਿਕੇਸ਼ਨ ਵੀ ਜ਼ਿਆਦਾ ਆਉਂਦੀਆਂ। ਕਿਹੜੀ ਸਟੇਜ ਤੱਕ ਦੇਖਿਆ ਜਾ ਸਕਦਾ ਹੈ ਕਿ ਆਰਾਮ ਨਾਲ ਵਾਪਸ ਆ ਸਕਦਾ ਹੈ, ਮਰੀਜ਼ ਸਿਹਤਯਾਬ ਹੋ ਸਕਦਾ ਹੈ? 2, 3 ਜਾਂ 4 ਸੈਂਟੀਮੀਟਰ ਤੱਕ ਦਾ ਟਿਊਮਰ ਬੜਾ ਈਜ਼ੀਲੀ ਕੱਢਿਆ ਜਾ ਸਕਦਾ ਹੈ, ਬਟ ਜਿਹੜਾ ਵੱਡਾ ਟਿਊਮਰ ਹੈ ਉਹਨੂੰ ਫਿਰ ਕੱਢਣ 'ਚ ਕਈ ਵਾਰ ਦਿੱਕਤ ਵੀ ਆ ਜਾਂਦੀ ਹੈ। ਤੇ ਜੇ ਟਿਊਮਰ ਬਿਨਾਈਨ ਹੈ, ਜਿਵੇਂ ਮੈਂ ਦੱਸਿਆ ਵੀ ਨਾਨ ਕੈਂਸਰਸ ਹੈ, ਤਾਂ ਸਕਸੈਸ ਰੇਟ ਕਈ ਵਾਰ 90% ਤੋਂ ਵੀ ਉੱਪਰ ਹੁੰਦਾ ਹੈ ਇਹਨਾਂ ਸਰਜਰੀਆਂ ਦਾ। ਜੀ ਇਸੇ ਦੇ ਨਾਲ ਇੱਕ ਵਾਰ ਮੁੜ ਤੋਂ ਦਰਸ਼ਕਾਂ ਨੂੰ ਦੱਸ ਦਈਏ, ਦਰਸ਼ਕੋ ਨੰਬਰ ਤੇ ਐਡਰੈਸ ਹੇਠਾਂ ਚੱਲ ਰਿਹਾ ਹੈ, ਤੁਸੀਂ ਡਾਕਟਰ ਸਾਹਿਬ ਦੇ ਨਾਲ ਆਪਣੀ ਕਿਸੇ ਵੀ ਤਰੀਕੇ ਦੀ ਸਮੱਸਿਆ ਨੂੰ ਲੈ ਕੇ ਸੰਪਰਕ ਕਰ ਸਕਦੇ ਹੋ, ਉਹਨਾਂ ਦੇ ਕਲੀਨਿਕ ਤੇ ਪਹੁੰਚ ਸਕਦੇ ਹੋ। ਐਡਰੈਸ ਥੱਲੇ ਚੱਲ ਰਿਹਾ ਹੈ, ਨੰਬਰ ਵੀ ਚੱਲ ਰਹੇ ਨੇ, ਸੰਪਰਕ ਕਰਕੇ ਆਪਣਾ ਹੱਲ ਡਾਕਟਰ ਸਾਹਿਬ ਤੋਂ ਤਸੱਲੀ ਬਖਸ਼ ਲੈ ਸਕਦੇ ਹੋ। ਡਾਕਟਰ ਸਾਹਿਬ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਤੇ ਬੜੇ ਹੀ ਹੰਬਲ ਤਰੀਕੇ ਦੇ ਨਾਲ ਤੇ ਬਹੁਤ ਹੀ ਪਿਆਰ ਦੇ ਨਾਲ ਗੱਲ ਕਰਦੇ ਨੇ, ਗੱਲ ਸੁਣਦੇ ਨੇ ਤੇ ਫਿਰ ਹੱਲ ਕਰਦੇ ਨੇ। ਅੱਗੇ ਵੱਲ ਵਧਦੇ ਹਾਂ ਡਾਕਟਰ ਸਾਹਿਬ, ਸਰਵਾਈਕਲ ਵੀ ਬੜਾ ਆਮ ਹੋ ਗਿਆ ਅੱਜ ਕੱਲ੍ਹ, ਹਰ ਕੋਈ ਕਹਿੰਦਾ ਸਰਵਾਈਕਲ। ਕਈ ਵਾਰੀ ਤਾਂ ਪੁੱਛੋ ਕਹਿੰਦੇ ਫੋਨ ਕਾਰਨ ਹੈ ਤੇ ਬੜੇ ਹੋਰ ਕਾਰਨ ਦੱਸੇ ਜਾਂਦੇ ਨੇ, ਇੱਕ ਵਾਰੀ ਇਹ ਤੇ ਚਾਨਣਾ ਪਾਓ। ਹਾਂਜੀ, ਸਰਵਾਈਕਲ ਜੀ ਦਾ ਐਕਚੁਅਲੀ ਡਾਕਟਰੀ ਨਾਮ ਸਰਵਾਈਕਲ ਸਪੌਂਡਿਲੋਸਿਸ ਹੈ। ਬੇਸਿਕਲੀ ਆਪਣੇ ਜਿਹੜੇ ਗਰਦਨ ਦੇ ਮਣਕੇ ਹੈਗੇ ਤੇ ਡਿਸਕਾਂ ਹੈਗੀਆਂ ਤੇ ਮਾਸਪੇਸ਼ੀਆਂ ਹੈ, ਇਹਨਾਂ ਦੇ ਵਿੱਚ ਬੈਡ ਪੋਸਚਰ ਦੇ ਲਗਾਤਾਰ ਹੋਣ ਕਰਕੇ ਵਿਕਾਰ ਆ ਜਾਂਦੇ ਆ, ਉਸ ਕਰਕੇ ਸਰਵਾਈਕਲ ਕਹਿੰਦੇ ਆ। ਡੈਫੀਨੇਟਲੀ ਕਿਸੇ ਵੀ ਤਰ੍ਹਾਂ ਦੀ ਸਕਰੀਨ ਹੈ, ਚਾਹੇ ਉਹ ਫੋਨ ਹੈ, ਟੀਵੀ ਹੈ ਜਾਂ ਕੰਪਿਊਟਰ ਹੈ, ਉਹਨੂੰ ਅਗਰ ਆਪਾਂ ਲਗਾਤਾਰ ਦੇਖਾਂਗੇ ਤਾਂ ਡੈਫੀਨੇਟਲੀ ਆਪਣੇ ਜਿਹੜੇ ਗਰਦਨ ਦੇ ਵਿੱਚ ਚੇਂਜਸ ਆ ਜਾਣਗੀਆਂ, ਜਿਹਨੂੰ ਆਪਾਂ ਸਰਵਾਈਕਲ ਸਪੌਂਡਿਲੋਸਿਸ ਕਹਿੰਦੇ ਆ। ਤਾਂ ਹੁਣ ਤਾਂ ਤੁਸੀਂ ਸਾਰੀ ਰਿਕਮੈਂਡੇਸ਼ਨ ਪੜ੍ਹਦੇ ਹੋ ਕਿ ਸਕਰੀਨ ਟਾਈਮ ਇੱਕ ਲਿਮਿਟਡ ਹੋਣਾ ਚਾਹੀਦਾ। ਹੁਣ ਤਾਂ ਈਵਨ ਕਈ ਸਾਰੀਆਂ ਚੀਜ਼ਾਂ 'ਚ ਸਕਰੀਨ ਟਾਈਮ ਮੈਜ਼ਰ ਕਰਨ ਦੇ ਵੀ ਸੌਫਟਵੇਅਰ ਆ ਗਿਆ, ਉਹ ਤੁਹਾਨੂੰ ਦੱਸ ਦਿੰਦੇ ਆ ਵੀ ਹੁਣ ਘੰਟਾ ਹੋ ਗਿਆ ਜਾਂ 1.5 ਘੰਟਾ ਹੋ ਗਿਆ ਤੁਹਾਡਾ ਸਕਰੀਨ ਟਾਈਮ, ਰੈਸਟ ਦੀ ਲੋੜ। ਹਾਂ, ਰੈਸਟ ਦੀ ਲੋੜ ਹੈ। ਤਾਂ ਡੈਫੀਨੇਟਲੀ ਬੈਡ ਪੋਸਚਰ ਕਾਰਨ ਇਹ ਸਰਵਾਈਕਲ ਹੁੰਦਾ ਹੈ। ਤੇ ਹੁੰਦਾ ਕੀ ਆ, ਤੁਹਾਡੇ ਮਣਕਿਆਂ ਦੇ ਚੁੰਝਾਂ ਨਿਕਲ ਆਉਂਦੀਆਂ ਹਨ, ਤੁਹਾਡੀਆਂ ਡਿਸਕਾਂ ਖਰਾਬ ਹੋ ਜਾਂਦੀਆਂ ਹਨ, ਤੁਹਾਡੀਆਂ ਨਾੜਾਂ ਪ੍ਰੈਸ ਹੋ ਜਾਂਦੀਆਂ ਹਨ। ਸ਼ੁਰੂਆਤ ਦੇ ਵਿੱਚ ਸਿਰਫ ਗਰਦਨ 'ਚ ਦਰਦ ਹੁੰਦਾ, ਬਟ ਜੇ ਮਰੀਜ਼ ਨਹੀਂ ਧਿਆਨ ਦਿੰਦਾ ਤਾਂ ਬਾਅਦ ਦੇ ਵਿੱਚ ਹੱਥ ਪੈਰ ਸੁੰਨ ਵੀ ਹੋਣ ਲੱਗ ਜਾਂਦੇ ਆ ਤੇ ਕਈ ਵਾਰ ਗ੍ਰਿਪ ਵੀ ਕਮਜ਼ੋਰ ਹੋ ਜਾਂਦੀ ਹੈ ਤੇ ਤੁਰਨ ਫਿਰਨ 'ਚ ਵੀ ਦਿੱਕਤ ਆ ਜਾਂਦੀ ਹੈ। ਸਰਵਾਈਕਲ ਕਹਿਣ ਦਾ ਮਤਲਬ ਘਾਤਕ ਸਾਬਤ ਹੋ ਸਕਦਾ ਹੈ ਜੇ ਉਸ ਨੂੰ ਸਹੀ ਤਰੀਕੇ ਦੇ ਨਾਲ ਨਾ ਨਜਿੱਠਿਆ ਜਾਵੇ। ਪਰ ਡਾਕਟਰ ਸਾਹਿਬ ਜੇ ਦੱਸਣਾ ਹੋਵੇ ਸਹੀ ਪੋਜੀਸ਼ਨ ਕਿਸ ਤਰੀਕੇ ਦੇ ਨਾਲ ਬੈਠਿਆ ਜਾਵੇ, ਕਿਉਂਕਿ ਕਈ ਵਾਰ ਤਾਂ ਕੰਪਿਊਟਰ ਤੇ ਕੰਮ ਕਰਨ ਵਾਲਾ ਵਿਅਕਤੀ ਹੁੰਦਾ ਹੈ, ਘਰ ਚਲਾਉਣ ਦੇ ਲਈ ਉਹ ਵੀ ਕੰਮ ਜ਼ਰੂਰੀ ਹੈ। ਕਿਹੜਾ ਪੋਸਚਰ ਹੈ ਜਾਂ ਫਿਰ ਕਿਹੜੀ ਐਕਸਰਸਾਈਜ਼ ਹੈ ਜਿਹਦੇ ਨਾਲ ਉਹ ਨਜਿੱਠ ਕੇ ਆਪਣਾ ਘਰ ਵੀ ਚਲਾ ਸਕੇ ਤੇ ਸਰਵਾਈਕਲ ਦੀ ਪ੍ਰੋਬਲਮ ਵੀ ਨਾ ਆਵੇ? ਸਰਵਾਈਕਲ ਸਹੀ ਪੋਸਚਰ ਤਾਂ ਇਹੀ ਹੈ ਵੀ ਜਿਵੇਂ ਅੰਗਰੇਜ਼ਾਂ ਦੀ ਕਹਾਵਤ ਹੈ ਵੀ ਜਿਵੇਂ ਤੁਸੀਂ ਟੰਗੇ ਹੋਏ ਹੋ, ਮਤਲਬ ਬਿਲਕੁਲ ਸਿੱਧੇ ਹੋਣਾ ਚਾਹੀਦਾ। ਜਿਹੜਾ ਇਸ ਤਰ੍ਹਾਂ ਦਾ ਪੋਸਚਰ ਹੈ ਗਲਤ ਹੈ ਤੇ ਇਦਾਂ ਦਾ ਪੋਸਚਰ ਜਿਹੜਾ ਹੈ ਉਹ ਬਿਲਕੁਲ ਸਿੱਧੀ ਰਹੇ। ਤੇ ਸਰਵਾਈਕਲ ਦੇ ਜਿਹੜਾ ਗਰਦਨ ਦੇ ਮਸਲ ਨੂੰ ਮਜ਼ਬੂਤ ਕਰਨ ਲਈ ਆਈਸੋਮੈਟ੍ਰਿਕ ਨੈਕ ਐਕਸਰਸਾਈਜ਼ਸ ਹੁੰਦੀਆਂ ਨੇ, ਉਹ ਤੁਸੀਂ YouTube ਵਗੈਰਾ ਤੇ ਕਿਤੇ ਵੀ ਸਰਚ ਕਰ ਸਕਦੇ ਹੋ, ਉਹ ਮਿਲ ਜਾਣਗੀਆਂ, ਉਹ ਕਰਨੀਆਂ ਚਾਹੀਦੀਆਂ ਹਨ। ਤੇ ਤੀਸਰੇ ਨੰਬਰ 'ਤੇ ਜੇ ਕਿਸੇ ਨੇ ਲੰਬਾ ਸਮਾਂ ਪੋਸਚਰਲ ਕੰਮ ਕਰਨਾ ਨਾ, ਪੋਸਚਰ ਬ੍ਰੇਕਸ ਕਹਿੰਦੇ ਆ, ਮਤਲਬ
ਵਿੱਚ ਘੰਟਾ ਡੇਢ ਘੰਟਾ ਕੰਮ ਕੀਤਾ, ਵਿੱਚੋਂ 5-10 ਮਿੰਟ ਬੰਦਾ ਥੋੜਾ ਬ੍ਰੇਕ ਲੈ ਲਿਆ ਹੈ, ਉਹ ਚੀਜ਼ ਜਿਹੜੀ ਹੈ ਤੁਹਾਡਾ ਕਿਤੇ ਨਾ ਕਿਤੇ ਉਸ ਚੀਜ਼ ਨੂੰ ਰਿਲੀਵ ਕਰਨ ਦੇ ਵਿੱਚ ਮਦਦ ਕਰਦੀ ਹੈ ਜੀ। ਤੇ ਅਗਲੀ ਗੱਲ ਕਰਦੇ ਹਾਂ ਡਾਕਟਰ ਸਾਹਿਬ, ਸਿਆਟਿਕਾ ਕੀ ਹੈ, ਕਿਵੇਂ ਨਜਿੱਠਦੇ ਹੋ? ਸਿਆਟਿਕਾ ਬੇਸਿਕਲੀ ਜਦੋਂ ਕਮਰ ਦੀਆਂ ਡਿਸਕਾਂ ਖਰਾਬ ਹੋ ਜਾਂਦੀਆਂ ਤਾਂ ਉਸ ਬਿਮਾਰੀ ਨੂੰ ਸਿਆਟਿਕਾ ਕਹਿੰਦੇ ਹਨ। ਜੀ। ਸਿਆਟਿਕਾ ਇਸ ਲਈ ਕਹਿੰਦੇ ਇੱਕ ਸਿਆਟਿਕ ਨਰਵ ਹੁੰਦੀ ਹੈ ਜਿਹੜੀ ਲੱਤ ਨੂੰ ਸਪਲਾਈ ਕਰਦੀ ਹੈ, ਉਹ ਪ੍ਰੈਸ ਹੋ ਜਾਂਦੀ ਹੈ ਤੇ ਫਿਰ ਤੁਹਾਡਾ ਜਿਹੜਾ ਕਮਰ ਦਾ ਦਰਦ ਹੈ ਉਹ ਲੱਤ 'ਚ ਜਾਣ ਲੱਗਦਾ ਹੈ। ਤੇ ਜੇ ਇਹਨੂੰ ਆਪਾਂ ਟਾਈਮਲੀ ਨਹੀਂ ਨਜਿੱਠਦੇ ਤਾਂ ਬਾਅਦ ਤੁਹਾਡੀ ਲੱਤ ਕਮਜ਼ੋਰ ਵੀ ਹੋ ਸਕਦੀ ਹੈ ਤੇ ਕਈ ਵਾਰ ਪੈਰ ਵੀ ਗਿਰ ਜਾਂਦਾ ਹੈ। ਕਈ ਵਾਰੀ ਉਹਨੂੰ ਆਪਾਂ ਰੀ ਦਾ ਨਾਮ ਦੇ ਸਕਦੇ ਹਾਂ, ਰੀ ਬਿਲਕੁਲ, ਪੰਜਾਬੀ ਲੈਂਗੁਏਜ ਉਹਨੂੰ ਰੀ ਹੀ ਕਹਿੰਦੇ ਆ, ਰੀ ਦਾ ਦਰਦ ਕਹਿੰਦੇ ਆ ਜੀ। ਸੋ ਰੀ ਦਾ ਦਰਦ ਤੁਸੀਂ ਡਾਕਟਰ ਸਾਹਿਬ ਤੋਂ ਸੁਣਿਆ ਟੈਕਨੀਕਲ ਟਰਮ ਦੇ ਨਾਲ ਕਿ ਰੀ ਹੁੰਦੀ ਹੈ ਜਿਹੜੀ, ਉਹ ਹੁੰਦੀ ਹੈ ਸਿਆਟਿਕਾ, ਉਸ ਨੂੰ ਕਹਿੰਦੇ ਨੇ। ਇਸ ਦਾ ਹੱਲ ਵੀ ਸੰਭਵ ਹੈ, ਕਿਵੇਂ ਹੱਲ ਕਰਦੇ ਹੋ ਤੇ ਕੀ ਤਰੀਕਾ ਹੁੰਦਾ ਇਹਦਾ, ਤੇ ਕਿੰਨੀ ਕੁ ਮਿਆਦ ਇਹਦੀ ਹੁੰਦੀ ਹੈ ਕਿ ਠੀਕ ਹੋਣ ਦੀ? ਹਾਂ, ਇਹਦੀਆਂ ਲਗਭਗ ਜਿਹੜੀ ਇਨੀਸ਼ੀਅਲ ਸਟੇਜ ਹੁੰਦੀ ਹੈ ਜਦੋਂ ਸਿਰਫ ਡਿਸਕ ਖਰਾਬ ਹੋਈ ਹੈ, ਹਿੱਲੀ ਨਹੀਂ ਹੈ, ਉਸ ਸਟੇਜ ਤੇ ਮੈਡੀਸਨ ਨਾਲ ਤੇ ਪੋਸਚਰ ਪ੍ਰੀਕਾਸ਼ਨ ਨਾਲ ਠੀਕ ਹੋ ਜਾਂਦਾ ਹੈ ਜੀ। ਤੇ ਅਗਰ ਡਿਸਕ ਥੋੜੀ ਬਹੁਤ ਹਿੱਲੀ ਹੈ, ਉਹ ਵੀ ਅੱਜਕੱਲ ਸਾਡੇ ਕੋਲ ਪੇਨ ਪ੍ਰੋਸੀਜਰ ਆਉਂਦੇ, ਅਸੀਂ ਕੁਝ ਇੰਜੈਕਸ਼ਨ ਲਗਾ ਦਿੰਦੇ ਹਾਂ ਜਿਹਦੇ ਕਰਕੇ ਸੋਜਾ ਜਿਹੜਾ ਹੈ ਘਟ ਜਾਂਦਾ ਹੈ। ਬਟ ਹਾਂ, ਲੇਟ ਸਟੇਜ 'ਚ ਜਦੋਂ ਡਿਸਕ ਬਹੁਤ ਜ਼ਿਆਦਾ ਹਿੱਲ ਜਾਂਦੀ ਹੈ, ਉਹ ਸਟੇਜ ਫਿਰ ਆਪਰੇਸ਼ਨ ਕਰਕੇ ਜਿਹੜੀ ਹਿੱਲੀ ਹੋਈ ਡਿਸਕ ਦੇ ਪੋਰਸ਼ਨ ਨੂੰ ਅਸੀਂ ਬਾਹਰ ਕੱਢਦੇ ਹੈਗੇ ਹਾਂ ਜੀ। ਇਸੇ ਦੇ ਨਾਲ ਅੱਗੇ ਚੱਲਦੇ ਹਾਂ, ਤੁਰਨ ਫਿਰਨ ਦੀ ਸਮੱਸਿਆ, ਬਜ਼ੁਰਗ ਹੋ ਜਾਂਦੇ ਨੇ, ਸਾਰਾ ਕੁਝ ਜਿੱਦਾਂ ਕਹਿ ਦਿੰਦੇ ਆ ਨਾ ਕਿ ਜਿੱਦਾਂ ਗੱਡੀ ਪੁਰਾਣੀ ਹੁੰਦੀ ਜਾਂਦੀ, ਉੱਦਾਂ ਹੀ ਸਰੀਰ ਦੇ ਪਾਰਟਸ ਵੀ ਹੌਲੀ ਹੌਲੀ ਪੁਰਾਣੇ ਹੁੰਦੇ ਨੇ, ਤਾਂ ਤੁਰਨ ਫਿਰਨ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਉਹਦੇ 'ਚ ਕਾਰਨ ਵੱਖ-ਵੱਖ ਹੁੰਦੇ ਨੇ। ਸੋ ਜੇ ਕੋਈ ਬਜ਼ੁਰਗ ਚਾਹੇ ਕਿ ਮੈਂ ਇੰਨੀ ਏਜ ਹੋ ਗਈ ਪਰ ਫਿਰ ਵੀ ਮੈਂ ਤੰਦਰੁਸਤ ਤਰੀਕੇ ਦੇ ਨਾਲ ਤੁਰਨਾ ਫਿਰਨਾ ਚਾਹੁੰਦਾ, ਘੱਟੋ ਘੱਟ ਸੈਰ ਕਰ ਸਕਾਂ, ਤੁਰ ਫਿਰ ਕੇ ਬਾਹਰ ਅੰਦਰ ਕਿਤੇ ਵੀ ਜਾ ਸਕਾਂ, ਉਹਦੇ ਲਈ ਕੀ ਹੱਲ ਨੇ, ਕਿਵੇਂ ਕੀਤਾ ਜਾ ਸਕਦਾ ਹੈ? ਹਾਂ, ਇਹ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ। ਬਜ਼ੁਰਗਾਂ 'ਚ ਤੁਰਨ ਫਿਰਨ ਦੀ ਦਿੱਕਤ ਆਉਂਦੀ ਹੈ ਜੀ, ਤੇ ਆਮ ਇੰਜੈਕਸ਼ਨ ਹੈ ਕਿ ਅਸੀਂ ਸਾਰੀ ਤੁਰਨ ਫਿਰਨ ਦੀ ਤਕਲੀਫ ਨੂੰ ਗੋਡਿਆਂ ਦੇ ਗੱਲ ਪਾ ਦਿੰਦੇ ਹਾਂ ਕਿ ਬਈ ਗੋਡੇ ਖਰਾਬ ਹੈ, ਜਦਕਿ ਇਦਾਂ ਨਹੀਂ ਹੁੰਦਾ। ਜਿਹੜੀ ਬਜ਼ੁਰਗਾਂ 'ਚ ਤੁਰਨ ਫਿਰਨ ਦੀ ਦਿੱਕਤ ਆਉਂਦੀ ਹੈ ਇਹਦੇ 4-5 ਕਾਰਨ ਹੁੰਦੇ ਆ। ਇੱਕ ਕਾਰਨ ਡੈਫੀਨਿਟਲੀ ਗੋਡੇ ਖਰਾਬ ਹੋਣਾ ਹੈ। ਦੂਸਰਾ ਕਾਰਨ ਹੈ ਜਿਹੜੀਆਂ ਲੱਤ ਨੂੰ ਕਰੰਟ ਦੇਣ ਵਾਲੀਆਂ ਨਾੜਾਂ ਨੇ ਉਹ ਪ੍ਰੈਸ ਹੋ ਜਾਂਦੀਆਂ ਹਨ, ਜਿਹਨੂੰ ਅਸੀਂ ਲੰਬਰ ਕਨਾਲ ਸਟੈਨੋਸਿਸ ਕਹਿੰਦੇ ਹਾਂ। ਇਸ ਤੋਂ ਇਲਾਵਾ ਕਈ ਵਾਰ ਲੱਤਾਂ ਨੂੰ ਖੂਨ ਦੇਣ ਵਾਲੀਆਂ ਨਾੜਾਂ ਵੀ ਪ੍ਰੈਸ ਹੋ ਜਾਂਦੀਆਂ ਹੈਗੀਆਂ, ਜਿਹਨੂੰ ਪੈਰੀਫਰਲ ਆਰਟਰੀ ਡਿਜ਼ੀਜ਼ ਕਹਿੰਦੇ ਆ। ਤੇ ਕਈ ਵਾਰ ਮਾਸਪੇਸ਼ੀਆਂ ਵੀ ਕਮਜ਼ੋਰ ਹੋ ਜਾਂਦੀਆਂ ਜਿਹਨੂੰ ਮਾਇਓਪੈਥੀ ਕਹਿੰਦੇ ਆ। ਤਾਂ 4-5 ਮੇਨ ਕਾਰਨ ਹੈਗੇ ਤੁਰਨ ਫਿਰਨ ਦੀ ਤਕਲੀਫ ਦੇ। ਤਾਂ ਤੁਰਨ ਫਿਰਨ ਦੀ ਅਗਰ ਬਜ਼ੁਰਗਾਂ ਨੂੰ ਤਕਲੀਫ ਆ ਰਹੀ ਹੈ ਤਾਂ ਉਹਨੂੰ ਤੁਸੀਂ ਸਿੱਧਾ ਗੋਡਿਆਂ ਦੀ ਬਿਮਾਰੀ ਨਾ ਮੰਨ ਲਓ, ਉਹਨੂੰ ਪ੍ਰੋਪਰ ਟੈਸਟ ਕਰਾ ਕੇ ਪਹਿਲਾਂ ਡਾਇਗਨੋਸ ਕਰੋ ਵੀ ਬਿਮਾਰੀ ਹੈ ਕੀ। ਐਟਲੀਸਟ ਮੈਂ ਆਪਣੀ ਹਰ ਓਪੀਡੀ 'ਚ 1 ਜਾਂ 2 ਪੇਸ਼ੈਂਟ ਦੇਖਦਾ ਜਿਨ੍ਹਾਂ ਨੂੰ ਤੁਰਨ ਫਿਰਨ ਦੀ ਤਕਲੀਫ ਸੀ, ਉਹਨਾਂ ਨੇ ਗੋਡੇ ਬਦਲਾ ਲਏ ਬਿਨਾਂ ਕੁਝ ਇਵੈਲੂਏਟ ਕਰਾਏ ਤੇ ਤੁਰ ਫਿਰ ਵੀ ਨਹੀਂ ਪਾ ਰਹੇ, ਕਿਉਂਕਿ ਤੁਰਨ ਫਿਰਨ ਦੀ ਤਕਲੀਫ ਦਾ ਕਾਰਨ ਗੋਡੇ ਨਹੀਂ ਸੀ, ਕੋਈ ਹੋਰ ਕਾਰਨ ਸੀਗਾ। ਤਾਂ ਉਹਨਾਂ ਦੇ ਪੈਸੇ ਵੀ ਵੇਸਟ ਹੋ ਗਏ ਜਾਂ ਰਿਸੋਰਸਿਸ ਵੀ ਹੋ ਗਏ ਔਰ ਇੱਕ ਅਨਨੈਸੈਸਰੀ ਸਰਜਰੀ ਵੀ ਹੋ ਗਈ। ਤਾਂ ਇਹੀ ਹੈ ਕਿ ਅਗਰ ਕਿਸੇ ਬਜ਼ੁਰਗ ਨੂੰ ਤੁਰਨ ਫਿਰਨ ਦੀ ਤਕਲੀਫ ਹੈ ਤਾਂ ਉਹਨੂੰ 2-3 ਟੈਸਟ ਹੁੰਦੇ ਆ। ਇੱਕ ਤਾਂ ਗੋਡਿਆਂ ਦਾ ਐਕਸਰੇ ਤਾਂ ਹੋ ਹੀ ਗਿਆ, ਉਸ ਤੋਂ ਇਲਾਵਾ ਇੱਕ ਡੋਪਲਰ ਹੁੰਦਾ ਹੈ ਖੂਨ ਵਾਲੀਆਂ ਨਾੜਾਂ ਦੇਖਣ ਲਈ, ਤੇ ਇੱਕ ਕਮਰ ਦਾ MRI ਹੁੰਦਾ ਹੈ। ਦੋਨੋਂ ਤਿੰਨੋਂ ਟੈਸਟ ਕਰਾ ਕੇ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਕਿੰਨਾ ਕੰਟਰੀਬਿਊਟ ਕਰ ਰਹੀ ਹੈ ਤੇ ਫਿਰ ਉਸ ਹਿਸਾਬ ਨਾਲ ਅੱਗੇ ਇਲਾਜ ਕਰਾਉਣਾ ਚਾਹੀਦਾ ਹੈ ਜੀ। ਇਸੇ ਦੇ ਨਾਲ ਡਾਕਟਰ ਸਾਹਿਬ ਆਖਰੀ ਸਵਾਲ, ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਇੱਕ ਬੋਨਸ ਟਿਪ ਤੁਸੀਂ ਕੀ ਦੇਣਾ ਚਾਹੋਗੇ, ਕੀ ਉਹਨਾਂ ਨੂੰ ਸਲਾਹ ਦੇਣਾ ਚਾਹੋਗੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ, ਰੁਝੇਵਿਆਂ ਦੇ ਵਿੱਚ ਉਹ ਕੀ ਅਜਿਹਾ ਕਰਨ ਕਿ ਤੰਦਰੁਸਤੀ ਦੇ ਵੱਲ ਵਧਣ? ਨਿੱਜੀ ਟਿਪ ਤੋਂ ਇਹੀ ਹੈ ਕਿ ਜਿਹੜੀ ਕਿਤੇ ਨਾ ਕਿਤੇ ਜੋ 2 ਚੀਜ਼ਾਂ ਬਹੁਤ ਇੰਪੋਰਟੈਂਟ ਹੈ ਸਾਡੀ ਤੰਦਰੁਸਤ ਰਹਿਣ ਲਈ, ਇੱਕ ਤਾਂ ਡਾਈਟ ਹੈ ਜੀ। ਡਾਈਟ ਜੋ ਹੈ ਬਹੁਤ ਅੱਛੀ ਹੋਣੀ ਚਾਹੀਦੀ ਹੈ। ਡਾਈਟ ਫਰੂਟਸ ਐਂਡ ਵੈਜੀਟੇਬਲ ਰਿਚ ਹੋਣੀ ਚਾਹੀਦੀ ਹੈ ਤੇ ਤਲੀਆਂ ਜਿਹੜੀਆਂ ਫਰਾਈਡ ਚੀਜ਼ਾਂ ਹੈ ਉਹ ਘੱਟ ਹੋਣੀਆਂ ਚਾਹੀਦੀਆਂ। ਦੂਸਰੀ ਚੀਜ਼ ਕਿਤੇ ਨਾ ਕਿਤੇ ਜੋ ਮਿਸਿੰਗ ਹੈ ਉਹ ਫਿਜ਼ੀਕਲ ਐਕਟੀਵਿਟੀ ਜੀ। ਸਾਰੇ ਬੱਚੇ ਛੋਟੇ ਜਿੰਨੇ ਵੀ ਅਸੀਂ ਦੇਖਦੇ ਹਾਂ ਸਭ ਫੋਨਾਂ ਤੇ ਹੀ ਬੈਠੇ ਹੋਏ ਆ, ਆਊਟਡੋਰ ਗੇਮਸ ਵਗੈਰਾ ਬਿਲਕੁਲ ਨਹੀਂ ਕਰਦੇ ਹੈਗੇ, ਤੇ ਐਕਸਰਸਾਈਜ਼ ਜ਼ਰੂਰੀ ਹੈ। ਤੇ ਤੀਸਰੇ ਨੰਬਰ ਤੇ ਹੈ ਅਰਲੀ ਡਾਇਗਨੋਸਿਸ। ਜੇ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤੁਸੀਂ ਆਪਣੇ ਮਨ 'ਚ ਆਪਣੀ ਇੰਜੈਕਸ਼ਨ ਨਾ ਬਣਾ ਲਓ। ਜਿਵੇਂ ਹੁਣੇ ਆਪਾਂ ਗੱਲ ਕੀਤੀ ਤੁਰਨ ਦੀ ਤਕਲੀਫ ਹੈ, ਤੁਸੀਂ ਖੁਦ ਹੀ ਮੰਨ ਕੇ ਬੈਠ ਕੇ ਵੀ ਗੋਡੇ ਖਰਾਬ ਹੈ, ਬੈਟਰ ਹੈ ਉਹਦਾ ਪ੍ਰੋਪਰ ਡਾਇਗਨੋਸ ਕਰਾਓ ਤੇ ਅਰਲੀ ਉਹਦੀ ਟ੍ਰੀਟਮੈਂਟ ਕਰਾਓ। ਅਰਲੀ ਸਟੇਜ ਤੇ ਹਰ ਬਿਮਾਰੀ ਦੀ ਜਿਹੜੀ ਟ੍ਰੀਟਮੈਂਟ ਹੈ ਉਹ ਬਹੁਤ ਅੱਛੀ ਹੁੰਦੀ ਹੈ ਤੇ ਠੀਕ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਲੇਟ ਸਟੇਜ ਤੇ ਉਹੀ ਬਿਮਾਰੀ ਦੀ ਜਿਹੜੀ ਹੈ ਟ੍ਰੀਟਮੈਂਟ ਔਖੀ ਵੀ ਹੋ ਜਾਂਦੀ ਹੈ, ਮਹਿੰਗੀ ਵੀ ਹੋ ਜਾਂਦੀ ਹੈ ਤੇ ਠੀਕ ਹੋਣ ਦੇ ਚਾਂਸਸ ਵੀ ਘਟ ਜਾਂਦੇ ਆ ਜੀ। ਡਾਕਟਰ ਸਾਹਿਬ ਤੁਸੀਂ ਸਾਰੀਆਂ ਗੱਲਾਂ ਦੇ ਉੱਪਰ, ਸਾਰੀਆਂ ਜਿਹੜੀ ਬਿਮਾਰੀ ਦਾ ਅਸੀਂ ਪੁੱਛਿਆ, ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਤੇ ਚਾਨਣਾ ਪਾਇਆ। ਦਰਸ਼ਕਾਂ ਵੱਲੋਂ ਸਾਡੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਥੈਂਕ ਯੂ ਜੀ। ਸੋ ਇਹ ਸਨ ਡਾਕਟਰ ਵਿਕਰਮਜੀਤ ਸਿੰਘ, MBBS, MS, MCH, SGPGI, ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਆਪਣੇ ਤਜਰਬੇ ਦੇ ਵਿੱਚੋਂ ਸਾਨੂੰ ਗੱਲਾਂ ਦੱਸੀਆਂ ਨੇ ਕਿ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਅਤੇ ਤੰਦਰੁਸਤ ਜੀਵਨ ਜੀ ਸਕਦੇ ਹਾਂ। ਸੋ ਇਹਨਾਂ ਗੱਲਾਂ ਦੇ ਉੱਪਰ ਅਮਲ ਕਰੋ ਅਤੇ ਵਧੇਰੇ ਜਾਣਕਾਰੀ ਜਾਂ ਇਲਾਜ ਦੇ ਲਈ ਡਾਕਟਰ ਸਾਹਿਬ ਦਾ ਨੰਬਰ ਅਤੇ ਐਡਰੈਸ ਹੇਠਾਂ ਫਲੈਸ਼ ਹੋ ਰਿਹਾ ਹੈ, ਉੱਥੇ ਸੰਪਰਕ ਕਰਕੇ ਤੁਸੀਂ ਡਾਕਟਰ ਸਾਹਿਬ ਤੱਕ ਪਹੁੰਚ ਕਰ ਸਕਦੇ ਹੋ। ਆਪਣਾ ਕਿਸੇ ਵੀ ਤਰੀਕੇ ਦਾ ਸਮੱਸਿਆ ਦੇ ਨਾਲ ਉਹਨਾਂ ਤੋਂ ਇਲਾਜ ਕਰਵਾ ਸਕਦੇ ਹੋ। ਸੋ
ਅਜਿਹੀਆਂ ਹੀ ਹੋਰ ਜਾਣਕਾਰੀਆਂ, ਹੋਰ ਮਹੱਤਵਪੂਰਨ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਤੱਕ ਪਹੁੰਚਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਦਾ ਟੀਵੀ NRI ਦੇ ਨਾਲ। ਬਹੁਤ ਬਹੁਤ ਧੰਨਵਾਦ।